ਸਤਿ ਸ਼੍ਰੀ ਅਕਾਲ HSN TV ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੀਤਲ ਠਾਕੁਰ ਚੰਗੇਰ ਪ੍ਰੋਗਰਾਮ 'ਚ ਨਿੱਘਾ ਸਵਾਗਤ ਕਰਦੀ ਹਾਂ। ਸੋ ਸਿਆਸਤ ਨਾਲ ਜੁੜੇ ਪੱਖ ਦੇ ਮੁੱਦਿਆਂ ਦੇ ਉੱਤੇ ਗੱਲਬਾਤ ਕਰਦੇ ਹਾਂ। ਹਰ ਰੋਜ਼ ਅਸੀਂ ਇਸ ਮੰਚ ਦੇ ਜ਼ਰੀਏ ਤੁਹਾਡੇ ਨਾਲ ਜੁੜਦੇ ਹਾਂ ਔਰ ਅਸਲੀਅਤ ਕੀ ਹੈ, ਖਬਰਾਂ ਦੇ ਪਿੱਛੇ ਦੀ ਸੱਚਾਈ ਕੀ ਹੈ, ਉਹਦੇ ਬਾਰੇ ਝਾਤ ਵੀ ਮਰਵਾਉਂਦੇ ਹਾਂ। ਸੋ ਇਹਨਾਂ ਸਾਰਿਆਂ ਮੁੱਦਿਆਂ ਦੇ ਉੱਤੇ ਡੂੰਘੀ ਝਾਤ ਪਾਉਣ ਦੇ ਲਈ ਸਾਡੇ ਸਟੂਡੀਓ ਦੇ ਵਿੱਚ ਮਾਹਿਰ ਮਹਿਮਾਨ ਮੌਜੂਦ ਨੇ। ਮਿਸਟਰ ਬਲਜੀਤ ਸਿੰਘ ਸਰ, ਬਹੁਤ-ਬਹੁਤ ਸਵਾਗਤ ਹੈ। शुक्रिया, सत श्री अकाल, नमस्कार, आदाब। सर, सब तो पहला असी गल करांगे अज नवजोत सिंह सिद्धू दी, जिहड़े कि पंजाब कांग्रेस दे प्रधान ने। उन्होंने बयान दिता, बयान दे विच उन्होंने ये कहा है कि पंजाब जिहड़ा मॉडल आ मेरा, हजे तक उन्होंने खोल के नहीं दस्सिया कि पंजाब मॉडल च है की। उन्होंने ये कहा कि हाई कमान दे वल्लों मैनूं पूरी तरह छुट मिल चुकी है कि मैं जिहड़ा है ये जनता दे अगे पेश करूंगा। और उन्होंने कहा कि कल तक जिहड़ा है मैं पंजाब मॉडल खोल के लोगों के अगे रखूंगा और कांग्रेस पार्टी की जिहड़ी मनोरथ नीति होगी वो मेरे पंजाब मॉडल के उत्ते आधारित होगी। एक गल तो उन्होंने ये कही। दूसरी गल उन्होंने ये कही है कि मेरा मनोरथ पंजाब दे विच किसी नूं अहुदे नूं पाना नहीं है, मैं सिर्फ पंजाब दे नाल बझिया होया ते पंजाब जिहड़ा है वो किसी दी भी निजी जायदाद नहीं है। की कहोगे उन्हां दे अज दे इस बयान दे बारे? देखो, ये जिहड़ा बंदा है ये जो कहता है वो होर है, जो ये सोचदा वो होर है, ਇਹਦਾ ਅਤੀਤ ਹੋਰ ਹੈ, ਇਹਦਾ ਵਰਤਮਾਨ ਹੋਰ ਹੈ ਤੇ ਭਵਿੱਖ ਇਹਦਾ ਹੋਰ ਹੈ। ਬਿਲਕੁਲ। ਤੁਸੀਂ ਵੇਖੋ ਕਿ ਬੰਦਾ ਕਈ ਪਾਰਟੀਆਂ ਬਦਲ ਕੇ ਫਿਰ ਇੱਥੇ ਕਾਂਗਰਸ 'ਚ ਸ਼ਾਮਿਲ ਹੋਇਆ। ਇਸ ਬੰਦੇ ਨੂੰ ਜੇ ਇਹ ਗੱਲ ਕਹਿੰਦਾ ਕਿ ਮੈਨੂੰ ਰਤਬੇ ਦੀ ਚਾਹਤ ਨਹੀਂ ਹੈ ਤਾਂ ਇਹ ਗੱਲ ਸਾਫ਼ ਜ਼ਾਹਿਰ ਹੈ ਕਿ ਪ੍ਰਧਾਨਗੀ ਲੈਣ ਵਾਸਤੇ ਇਹਨੇ ਕਿਵੇਂ ਮਤਲਬ ਲਟਾਪਿੰਗ ਕੀਤਾ ਆਪਣੇ ਆਪ ਨੂੰ ਵੀ ਤੇ ਬਾਕੀਆਂ ਨੂੰ ਵੀ, ਔਰ ਕਿਸ ਤਰ੍ਹਾਂ ਜੋੜ ਤੋੜ ਕੀਤੇ, ਕਿਵੇਂ ਇਹ ਹਾਈ ਕਮਾਨ ਦੀਆਂ ਜੁੱਤੀਆਂ 'ਚ ਜਾ ਕੇ ਬੈਠਾ, ਉੱਥੇ ਉਹਨਾਂ ਦੇ ਗੋਡੇ ਫੜੇ ਨੇ, ਹਨਾ, ਔਰ ਉਹ ਕਿੱਡੀ ਲੰਮੀ ਮਤਲਬ ਕਸ਼ਮਕਸ਼ ਸੀ ਇਹਦੀ ਜੀ। ਚਲੋ ਇਹ ਪ੍ਰਧਾਨ ਬਣ ਗਿਆ। ਉਸ ਤੋਂ ਬਾਅਦ ਤੁਹਾਨੂੰ ਇਹਦੇ ਇਹ ਬਿਆਨ ਵੀ ਸੁਣਨ 'ਚ ਆਏ ਹੋਣਗੇ ਜ਼ਰੂਰ ਜੀ ਕਿ ਇਹ ਕਹਿੰਦਾ ਸੀਗਾ ਕਿ ਭਗਵੰਤ ਸਿੰਘ ਦੇ ਪੁੱਤਰ ਕੋਲੇ ਤਾਕਤ ਨਹੀਂ, ਔਰ ਜੇ ਕਿਤੇ ਮੇਰੇ ਕੋਲੇ ਤਾਕਤ ਹੁੰਦੀ ਤਾਂ ਅੱਜ ਪੰਜਾਬ ਦੀ ਦਿਸ਼ਾ ਤੇ ਦਸ਼ਾ ਹੋਰ ਹੋਣੀ ਸੀ, ਇਹ ਵੀ ਕਹਿੰਦਾ। ਔਰ ਇਹ ਗੱਲ ਵੀ ਕਿਸੇ ਤੋਂ ਲੁਕੀ ਛੁਪੀ ਨਹੀਂ ਪੰਜਾਬ ਦੇ ਵਿੱਚ ਕਿ ਇਹ ਬੰਦਾ ਮੁੱਖ ਮੰਤਰੀ ਬਣਨ ਦੇ ਦਿਨੇ ਹੀ ਸੁਪਨੇ ਲੈਂਦਾ। ਬਿਲਕੁਲ। ਔਰ ਉਹਦੇ ਸੁਪਨੇ ਨੂੰ ਪੂਰਾ ਕਰਨ ਵਾਸਤੇ, ਆਪਣੇ ਸੁਪਨੇ ਨੂੰ ਪੂਰਾ ਕਰਨ ਵਾਸਤੇ ਇਹ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਨੂੰ ਭੰਡਦਾ ਰਹਿੰਦਾ, ਉਹਨਾਂ ਦੀ ਆਲੋਚਨਾ ਕਰਦਾ ਰਹਿੰਦਾ। ਹੁਣ ਵੀ ਇਹਨੇ ਸਿੱਧੇ ਤੌਰ ਤੇ ਇਹੀ ਗੱਲ ਕਹੀ ਹੈ ਕਿ ਮੈਂ ਕਿਸੇ ਵਿਅਕਤੀ ਦੇ ਖਿਲਾਫ ਨਹੀਂ, ਮੈਂ ਤਾਂ ਪੰਜਾਬ ਦੀ ਭਲਾਈ ਚਾਹੁੰਦਾ। ਵੀ ਪਹਿਲੀ ਗੱਲ ਤਾਂ ਇਹ ਹੈ, ਜਿੱਥੋਂ ਤੱਕ ਹਾਈ ਕਮਾਨ ਦੀ ਇਹ ਗੱਲ ਕਰਦਾ ਕਿ ਹਾਈ ਕਮਾਨ ਨੇ ਮੇਰਾ ਮਾਡਲ ਜਿਹੜਾ ਪੰਜਾਬ ਦਾ ਜਿਹੜਾ ਮਾੜਾ ਮੋਟਾ ਇਹਨੇ ਦੱਸਿਆ ਕਿ ਅਸੀਂ ਜੀ ਸ਼ਰਾਬ ਦੇ ਸੰਬੰਧ ਵਿੱਚ ਵੀ ਕਾਰਪੋਰੇਸ਼ਨ ਬਣਾਵਾਂਗੇ ਔਰ ਰੇਤੇ ਬਜਰੀ ਦੇ ਵੀ ਆ ਜਿਹੜਾ ਹੈ ਮਾਫੀਆ ਹੈਗਾ ਇਹਦੇ ਸੰਬੰਧ ਇਹਨੂੰ ਖਤਮ ਕਰਨ ਵਾਸਤੇ ਅਸੀਂ ਰੇਤੇ ਦੇ ਵੇਚਣ ਵਾਸਤੇ ਵੀ ਕਾਰਪੋਰੇਸ਼ਨ ਬਣਾਵਾਂਗੇ, ਇੰਨਾ 50,000 ਕਰੋੜ ਰੁਪਈਆ ਅਸੀਂ ਸਾਲਾਨਾ ਕਮਾਵਾਂਗੇ, ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ। ਪਰ ਗੱਲ ਇਹ ਹੈ ਕਿ ਚਰਨਜੀਤ ਸਿੰਘ ਚੰਨੀ ਕੀ ਕਿਸੇ ਗਲਤ ਰਸਤੇ ਤੇ ਜਾ ਰਹੇ ਨੇ ਜੀ, ਜਾਂ ਉਹ ਮਤਲਬ ਤਜਰਬੇਕਾਰ ਨਹੀਂ ਜਾਂ ਸਿਆਣੇ ਨਹੀਂ, ਜਾਂ ਉਹਨਾਂ ਦਾ ਕੋਈ ਫੈਸਲਾ ਗਲਤ ਹੈ। ਜੋ ਕੋਈ ਵੀ ਜਿਹੜਾ ਪੰਜਾਬ ਦਾ ਦਾਨਿਸ਼ਮੰਦ ਆਗੂ ਹੈ ਉਹ ਸੋਚਦਾ ਕਿ ਪੰਜਾਬ ਦਾ ਸਰਪੱਖੀ ਵਿਕਾਸ ਹੋਵੇ, ਲੋਕਾਂ ਦੀਆਂ ਮੁਸ਼ਕਲਾਂ ਮੁਸੀਬਤਾਂ ਨੇ ਜਿਹੜੇ ਦੁੱਖ ਦਰਦ ਨੇ ਦੂਰ ਹੋਣ। ਔਰ ਚਰਨਜੀਤ ਸਿੰਘ ਚੰਨੀ ਨੇ ਕੋਈ ਅਜਿਹਾ ਮੁਜ਼ਾਹਰਾ ਨਹੀਂ ਕੀਤਾ ਵੀ ਜਿੱਥੇ ਸਮਝਿਆ ਜਾਵੇ ਕੋਈ ਬੜੇ ਸੰਗ ਦਿਲ ਨੇ ਔਰ ਲੋਕਾਂ ਦੀ ਉਹ ਪਰਵਾਹ ਨਹੀਂ ਕਰਦੇ। ਗੱਲ ਇਹ ਹੈ ਕਿ ਇਹ ਬੰਦੇ ਦਾ ਹੋਰ ਕੋਈ ਪੰਜਾਬ ਪੰਜੂਬ ਮਾਡਲ ਨਾਲ ਕੋਈ ਤਾਲੁਕ ਨਹੀਂ, ਇਹਦਾ ਹੋਰ ਪੰਜਾਬ ਦੇ ਵਿਕਾਸ ਵੱਲ ਕੋਈ ਤਾਲੁਕ ਨਹੀਂ, ਇਹਦੇ ਪੰਜਾਬ ਦੇ ਆਰਥਿਕ ਸਰੋਤ ਪੈਦਾ ਕਰਨ ਵੱਲ ਕੋਈ ਖਿਆਲ ਨਹੀਂ। ਇਹਦਾ ਇੱਕੋ ਇੱਕ ਨੁਕਾਤੀ ਪ੍ਰੋਗਰਾਮ ਇਹ ਹੈ ਕਿ ਮੈਨੂੰ ਜਿਵੇਂ ਕਿਵੇਂ ਪੰਜਾਬ ਦਾ ਮੁੱਖ ਮੰਤਰੀ ਬਣਾ ਦਿਓ। ਤੁਹਾਡੇ ਕਹਿਣ ਦਾ ਭਾਵ ਇਹ ਹੈ ਕਿ ਇਹਨਾਂ ਦੀ ਜ਼ੁਬਾਨ ਦੇ ਉੱਤੇ ਸ਼ਬਦ ਕੁਝ ਹੋਰ ਨੇ ਪਰ ਇਹਨਾਂ ਦੇ ਅੰਦਰ ਦੇ ਵਿਚਾਰ ਜਿਹੜੇ ਨੇ ਕੁਝ ਹੋਰ ਨੇ। ਦੇਖੋ, ਬੰਦੇ ਦਾ ਵਿਹਾਰ, ਉਹਦਾ ਜ਼ਮੀਰ, ਉਹਦਾ ਕਿਰਦਾਰ ਅਸੀਂ ਕਿੱਥੋਂ ਸਾਨੂੰ ਪਤਾ ਲੱਗਦਾ? ਹੁਣ ਕੋਈ ਬੰਦਾ ਗੂੰਗਾ ਤਾਂ ਹੁੰਦਾ ਨਹੀਂ, ਬੰਦਾ ਬੋਲਦਾ ਹੈ, ਫਿਰ ਉਸ ਦੇ ਬੋਲਣ ਦੇ ਵਿੱਚ ਜੋ ਉਹ ਤਰਕ ਪੇਸ਼ ਕਰਦਾ ਹੈ, ਜੋ ਬਿਆਨਬਾਜ਼ੀ ਕਰਦਾ ਹੈ, ਇੱਕ ਤਾਂ ਆਧਾਰ ਉਹਨੂੰ ਬਣਾਇਆ ਜਾਂਦਾ ਹੈ। ਬੰਦਾ ਬੋਲਦਾ ਕੀ ਹੈ ਤੇ ਉਹਦੇ ਤੇ ਅਮਲ ਕਿੰਨਾ ਕੁ ਕਰਦਾ ਹੈ। ਫਿਰ ਬੰਦੇ ਦਾ ਪਿਛੋਕੜ ਹੁੰਦਾ ਕਿ ਯਾਰ ਇਹ ਪਿੱਛੇ ਕੀ ਕਰਦਾ ਰਿਹਾ ਜੀ। ਅੱਜ ਮੈਂ ਜੇ ਦਰਵੇਸ਼ ਹਾਂ, ਠੀਕ, ਤੇ ਮੈਂ ਮਤਲਬ ਜੇ ਮੇਰਾ ਇਹ ਅਤੀਤ ਰਿਹਾ ਕਿ ਮੈਂ ਕੰਮ ਸਾਰੇ ਹੁਣ ਤੱਕ ਡਾਕੂ ਵਾਲੇ ਕੀਤੇ ਨੇ ਤੇ ਮਜਬੂਰੀ ਬਸ ਮੈਂ ਦਰਵੇਸ਼ ਬਣ ਗਿਆ, ਠੀਕ ਹੈ, ਤਾਂ ਇੱਥੋਂ ਲੋਕ ਅੰਦਾਜ਼ਾ ਲਾ ਲੈਂਦੇ ਯਾਰ ਵੀ ਬੰਦਾ ਬਦਲ ਨਹੀਂ ਸਕਦਾ ਜੀ, ਠੀਕ ਹੈ, ਇਹਦੇ ਮੌਕਾ ਪ੍ਰਸਤ ਮਤਲਬ ਹੈਗਾ, ਇਹ ਤਾਂ ਇਹ ਦਰਵੇਸ਼ ਬਣਿਆ। ਤੁਸੀਂ ਵੇਖੋ ਕਿ ਇਹ ਜਿੰਨੀਆਂ ਪਾਰਟੀਆਂ ਛੱਡ ਕੇ ਆਇਆ, ਉਹਨਾਂ ਪਾਰਟੀਆਂ ਦੇ ਸੰਬੰਧ ਵਿੱਚ ਜਦੋਂ ਉਹਨਾਂ 'ਚ ਰਹਿੰਦਾ ਸੀਗਾ ਤੇ ਉਹ ਵਿਵਹਾਰ ਕਰਦਾ ਸੀ ਜਿਵੇਂ ਜੰਮਿਆ ਵੀ ਇਸ ਪਾਰਟੀ ਵਾਸਤੇ ਤੇ ਇਹ ਅੰਤ ਵੀ ਇਹਦਾ ਇਸੇ ਪਾਰਟੀ 'ਚ ਹੋਵੇਗਾ, ਲੇਕਿਨ ਨਹੀਂ ਇਸ ਤਰ੍ਹਾਂ ਹੋਇਆ। ਔਰ ਦੂਜੀ ਗੱਲ, ਧਰਮ ਦੇ ਨਾਮ ਦੇ ਉੱਪਰ ਜਿੱਥੇ ਤੱਕ ਇਹ ਗੱਲ ਕਰਦਾ ਰਿਹਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਕਟਹਿਰੇ 'ਚ ਖੜੇ ਕਰਨ ਦੀ ਜਾਂ ਉਹਨਾਂ ਨੂੰ ਸਜ਼ਾਵਾਂ ਦਿਵਾਉਣ ਦੀ, ਔਰ ਇਹ ਉਸ ਨੂੰ ਲੈ ਕੇ
ਪੰਜਾਬ ਸਰਕਾਰ ਨੂੰ, ਚਰਨਜੀਤ ਚੰਨੀ ਨੂੰ ਵੀ ਪੁਣਦਾ ਰਿਹਾ, ਹੁਣ ਵੀ ਇਹ ਸਿੱਧੇ ਤੌਰ ਤੇ ਉਹਨਾਂ ਦੀ ਆਲੋਚਨਾ ਕਰਦਾ ਹੈ। ਪਰ ਇਹਦਾ ਖੁਦ ਦਾ ਵਿਵਹਾਰ ਕਿਹੋ ਜਿਹਾ, ਜਿਹੜਾ ਸ਼ਬਦ ਗੁਰੂ ਦੇ ਵਿੱਚ ਵੈਸੇ ਹੀ ਵਿਸ਼ਵਾਸ ਨਹੀਂ ਕਰਦਾ, ਉਹਨੂੰ ਤਾਂ ਇਹ ਕੋਈ ਹੱਕ ਹੀ ਨਹੀਂ ਪਹੁੰਚਦਾ, ਕਿਉਂਕਿ ਉਹ ਖੁਦ ਨਿਰੰਤਰ ਬੇਅਦਬੀ ਕਰਦਾ। ਤੋ ਹੁਣ ਜਿਹੜਾ ਇਹ ਪੰਜਾਬ ਮਾਡਲ ਪੇਸ਼ ਕਰਦਾ ਹੈ, ਤੁਸੀਂ ਦੇਖਿਓ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਇਸ ਕਾਂਗਰਸ 'ਚ ਕੋਹਰਾਮ ਮੱਚਣ ਵਾਲਾ ਹੈ, ਔਰ ਉਹ ਕੋਈ ਦਿਨ ਬਹੁਤੇ ਨਹੀਂ ਗਏ, 1-2 ਦਿਨ ਹੀ ਨੇ। ਉਹਦਾ ਕਾਰਨ ਕੀ ਹੈ ਕਿ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੂੰ ਜਿਹੜੀ ਕਮੇਟੀ ਹੈ, ਮੈਨੀਫੈਸਟੋ ਕਮੇਟੀ, ਉਹਦੇ ਪ੍ਰਮੁੱਖ ਲਾਇਆ ਗਿਆ। ਇਹ ਪਹਿਲੀ ਵਾਰ ਹੈ ਕਿ ਜਦੋਂ ਮੈਨੀਫੈਸਟੋ ਤਾਂ ਆਇਆ ਕੋਈ ਨਹੀਂ ਤੇ ਪੰਜਾਬ ਮਾਡਲ ਪੇਸ਼ ਕੀਤਾ ਜਾ ਰਿਹਾ। ਇਹਦਾ ਮਤਲਬ ਇਹ ਹੈ ਕਿ ਮੈਨੀਫੈਸਟੋ ਤਾਂ ਆਲਰੇਡੀ ਫਿਰ ਜ਼ਾਹਿਰ ਹੀ ਹੋ ਗਿਆ, ਕਿਉਂਕਿ ਇਹਦਾ ਪੰਜਾਬ ਮਾਡਲ ਹੀ ਮੈਨੀਫੈਸਟੋ ਹੈ। ਤੇ ਮੈਨੀਫੈਸਟੋ ਵਿੱਚ ਕੀ ਆਊਗਾ? ਛਣਕਣਾ। ਫਿਰ ਉਹਦੇ ਚ ਕੀ ਹੋਊਗਾ? ਉਹ ਖਾਲੀ ਸਫੇ ਹੋਣਗੇ ਤੇ ਉੱਤੇ ਪੰਜਾਬ ਮਾਡਲ ਛਪਿਆ ਹੋਏਗਾ। ਤੋਂ ਗੱਲ ਹੈਗੀ ਹੈ ਕਿ ਇਹ ਬੰਦਾ ਜਿਹੜਾ ਹੈ ਲੋਕਾਂ ਨੂੰ ਗੁੰਮਰਾਹ ਕਰ ਰਿਹਾ, ਔਰ ਇਹ ਕਹਿ ਰਿਹਾ ਕਿ ਲੋਕ ਇਹ ਫੈਸਲਾ ਕਰਨਗੇ ਕਿ ਪੰਜਾਬ ਦਾ ਮੁੱਖ ਮੰਤਰੀ ਕੌਣ ਹੋਊਗਾ। ਉਹ ਵੀ ਜ਼ਾਹਰਾ ਤੌਰ ਤੇ ਚਰਨਜੀਤ ਸਿੰਘ ਚੰਨੀ ਜੇ ਲੜਾਈ ਲੜਨਗੇ ਤਾਂ ਮੁੱਖ ਮੰਤਰੀ ਹੋਣਗੇ ਉਹ। ਔਰ ਉਹਨਾਂ ਨੇ 111 ਦਿਨਾਂ ਦੇ ਵਿੱਚ ਜੋ ਕੀਤਾ ਉਹ ਪਹਿਲਾਂ ਕਿਸੇ ਤੋਂ ਨਹੀਂ ਹੋਇਆ, ਔਰ ਉਹ ਪਹਿਲਾਂ ਲੋਕ ਕਰ ਵੀ ਸਕਦੇ ਸੀਗੇ ਪਰ ਨਹੀਂ ਕੀਤਾ ਉਹਨਾਂ ਨੇ, ਕਿਉਂਕਿ ਉਹਨਾਂ ਕੋਲ ਇੱਛਾ ਸ਼ਕਤੀ ਨਹੀਂ ਸੀ। ਔਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਵੀ ਜੋ ਮਰਜ਼ੀ ਹੋਵੇ, ਕੋਸ਼ਿਸ਼ ਤਾਂ ਕੀਤੀ ਬਿਲਕੁਲ ਠੀਕ ਹੈ। ਔਰ ਕਈ ਫੈਸਲੇ ਐਸੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਪਤਾ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਹੈ, ਔਰ ਜਿਹੜੀ ਵੀ ਕੋਈ ਮਤਲਬ ਕੋਈ ਬਿੱਲ ਬਣਦਾ ਜਾਂ ਕੋਈ ਫੈਸਲਾ ਕਰਦੀ ਹੈ ਸਰਕਾਰ, ਉਹਦੀ ਜਿਹੜੀ ਪ੍ਰਵਾਨਗੀ ਅਲਟੀਮੇਟ ਹੁੰਦੀ ਹੈ ਉਹ ਗਵਰਨਰ ਦਿੰਦਾ। ਤੇ ਮੈਨੂੰ ਇੱਕ ਗੱਲ ਦੱਸੋ ਕਿ ਮੈਂ ਜੇ ਕਿਸੇ ਪਾਰਟੀ ਨਾਲ ਸੰਬੰਧਿਤ ਹਾਂ ਤੇ ਮੇਰੀ ਸਰਕਾਰ ਆ ਕੇਂਦਰ ਦੇ ਵਿੱਚ, ਤਾਂ ਮੈਂ ਆਪਣੇ ਗਵਰਨਰ ਨੂੰ ਕਿਉਂ ਕਹੂੰਗਾ ਵੀ ਤੂੰ ਸਹੀ ਮਾਰੀ ਚੱਲ ਇਹਦੇ ਤੇ? ਮੈਂ ਤਾਂ ਕਹੂੰਗਾ ਜਿੰਨਾ ਵੱਧ ਤੋਂ ਵੱਧ ਰੋੜਾ ਅਟਕਾਇਆ ਜਾ ਸਕਦਾ ਅਟਕਾਇਆ। ਔਰ ਉਹਦੇ ਵਿੱਚ ਚਰਨਜੀਤ ਸਿੰਘ ਚੰਨੀ ਦਾ ਤਾਂ ਕੋਈ ਕਸੂਰ ਨਹੀਂ ਨਾ, ਉਹਨਾਂ ਨੇ ਇੱਕ ਫੈਸਲਾ ਲਿਆ, ਉਸ ਫੈਸਲੇ ਤੇ ਅਮਲ ਦਰਾਮਦ ਨਹੀਂ ਹੋਇਆ ਤਾਂ ਇਹ ਉਹਨਾਂ ਦਾ ਕਸੂਰ ਨਹੀਂਗਾ। ਔਰ ਦੂਸਰੀ ਗੱਲ ਇਹ ਹੈ ਕਿ ਦੇਖੋ ਹੁਣ ਚਰਨਜੀਤ ਸਿੰਘ ਚੰਨੀ ਕੋਈ ਥਾਣੇਦਾਰ ਤਾਂ ਹੈ ਨਹੀਂਗਾ, ਮਤਲਬ ਜਿੱਥੇ ਵੀ ਕਿਤੇ ਕੋਈ ਝਗੜਾ ਹੁੰਦਾ ਜਾਂ ਜਿੱਥੇ ਵੀ ਕਿਤੇ ਕੋਈ ਬੇਇਨਸਾਫੀ ਹੁੰਦੀ ਹੈ ਤੇ ਚਰਨਜੀਤ ਸਿੰਘ ਚੰਨੀ ਤੇ ਡੰਡਾ ਲੈ ਕੇ ਚਲਾ ਜਾਵੇ। ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ, ਉਹ ਆਦੇਸ਼ ਦੇ ਸਕਦਾ ਹੈ। ਹੁਣ ਇਹ ਬੰਦਾ ਕਹਿੰਦਾ, ਦੇਖੋ ਖੁਦ ਤਾਂ ਇਹ ਐਲਾਨ ਕਰਦਾ ਹੈ ਕਿ ਜੀ ਮੈਂ ਇੰਨੇ ਹਜ਼ਾਰ ਰੁਪਏ ਤਾਂ ਔਰਤਾਂ ਨੂੰ ਮਿਲਿਆ ਕਰਨਗੇ, ਆ ਪੜ੍ਹਨ ਵਾਲੇ ਬੱਚਿਆਂ ਨੂੰ ਮਿਲਣਗੇ, 8 ਗੈਸ ਸਿਲੰਡਰ ਦਿੱਤੇ ਜਾਣਗੇ। ਉਹਦਾ ਮਜ਼ਾਕ ਵੀ ਉਡਾਇਆ ਬਹੁਤ ਸਾਰੇ ਲੋਕਾਂ ਨੇ। ਹੁਣ ਗੱਲ ਇਹ ਹੈ ਕਿ ਤੂੰ ਉਹ ਗੱਲਾਂ ਜਿਹੜੀਆਂ ਤੇ ਚਰਨਜੀਤ ਸਿੰਘ ਚੰਨੀ ਦੀ ਤੂੰ ਆਲੋਚਨਾ ਕਰਦਾ ਰਿਹਾ, ਉਹੀ ਕੁਝ ਤੂੰ ਕਰਨ ਲੱਗ ਗਿਆ। ਜਿਹੜੇ ਲੋਲੀਪੌਪਸ ਦੀ ਤੂੰ ਗੱਲ ਕਰਦਾ ਸੀਗਾ ਉਦੋਂ, ਆਪ ਵੀ ਉਹੀ ਤੂੰ ਵੰਡਣੇ ਸ਼ੁਰੂ ਕਰਤੇ। ਵੀ ਤੇਰਾ ਕੋਈ ਜ਼ਮੀਰ, ਕਿਰਦਾਰ, ਕੋਈ ਸਟੈਂਡ ਹੈ? ਬਹੁਤ ਸਾਰੇ ਲੋਕ ਸ਼ੀਤਲ ਇਹ ਕਹਿੰਦੇ ਨੇ, ਜਿਹੜੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਜਾਂ ਉਹਨਾਂ ਤਨਕੀਦ ਕਰਦੇ ਨੇ ਇਸ ਬੰਦੇ ਦੇ, ਉਹ ਕਹਿੰਦੇ ਯਾਰ ਕਿਸੇ ਬੰਦੇ ਦਾ ਮਤਲਬ ਇਹ ਬੰਦਾ ਉਹੋ ਜਿਹਾ ਕਿ ਸਾਈਕਲ ਦਾ ਵੀ ਸਟੈਂਡ ਹੁੰਦਾ, ਇਹ ਬੰਦੇ ਦਾ ਉਹ ਵੀ ਹੈ ਨਹੀਂ। ਬਿਲਕੁਲ ਤੁਹਾਡੀ ਗੱਲ ਬਿਲਕੁਲ ਠੀਕ ਹੈ। ਸ਼ਾਇਦ ਭਗਵੰਤ ਮਾਨ ਨੇ ਗੱਲ ਕਹੀ ਸੀ ਪੱਤਰਕਾਰਾਂ ਨੂੰ ਕਿ ਸਾਈਕਲ ਦਾ ਵੀ ਸਟੈਂਡ ਹੁੰਦਾ ਹੈ, ਤੇ ਸਿੱਧੂ ਸਾਹਿਬ ਦਾ ਜਿਹੜਾ ਕੋਈ ਸਟੈਂਡ ਹੀ ਨਹੀਂ ਹੈ। ਔਰ ਦੇਖਿਆ ਜਾਵੇ ਇਤਿਹਾਸ ਵੀ ਫੋਲਿਆ ਜਾਵੇ ਸਿੱਧੂ ਸਾਹਿਬ ਦਾ, ਉਹਨਾਂ ਦੇ ਬਹੁਤ ਸਾਰੇ ਇਦਾਂ ਦੇ ਬਿਆਨ ਹੁੰਦੇ ਨੇ, ਇੱਕ ਦਿਨ ਕੋਈ ਦਿੰਦੇ ਨੇ, ਦੂਸਰੇ ਦਿਨ ਉਸ ਤੋਂ ਉਲਟ ਬਿਆਨ ਦੇ ਦਿੰਦੇ ਨੇ। ਸੋ ਜਨਤਾ ਰਿਕਾਰਡ ਹਰ ਇੱਕ ਚੀਜ਼ ਕਰਕੇ ਰੱਖਦੀ ਹੈ ਦਿਮਾਗ ਦੇ ਵਿੱਚ, ਚਾਹੇ ਕੈਮਰਿਆਂ ਦੇ ਵਿੱਚ ਰਿਕਾਰਡਿੰਗ ਹੋਵੇ। ਇਹਦੇ ਨਾਲ ਹੀ ਹੁਣ ਅਗਲੀ ਗੱਲ ਕਰਦੇ ਹਾਂ, ਡਰੱਗ ਕੇਸ ਮਾਮਲੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਬੇਸ਼ੱਕ ਜਿਹੜੀ ਅਗਾਊ ਜ਼ਮਾਨਤ ਮਿਲ ਗਈ ਹੈ, ਬਾਹਰ ਆ ਕੇ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਸਭ ਦਾ ਧੰਨਵਾਦ ਕੀਤਾ। ਧੰਨਵਾਦ ਦੇ ਵਿੱਚ ਉਹਨਾਂ ਨੇ ਪੰਜਾਬ ਸਰਕਾਰ ਦੇ ਉਹਨਾਂ ਮੰਤਰੀਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ, ਉਹ ਕਹਿ ਰਹੇ ਨੇ ਕਿ ਜਿਨ੍ਹਾਂ ਮੰਤਰੀਆਂ ਨੇ ਚੰਨੀ ਸਰਕਾਰ ਦਾ ਨਾ ਤਾਂ ਕੋਈ ਮਤਲਬ ਐਲਾਨ ਮੰਨਿਆ, ਮੇਰੇ ਮੁਤਾਬਕ ਮੈਨੂੰ ਫਸਾਣ ਦੇ ਮਾਮਲੇ ਦੇ ਵਿੱਚ ਨਾ ਹੀ ਕੋਈ ਲਾਲਚ ਮੰਨਿਆ, ਨਾ ਕੋਈ ਧਮਕੀ ਮੰਨੀ। ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਪਹਿਲੀ ਵਾਰ ਹੋਊਗਾ ਕਿ ਇੰਨੇ ਡੀਜੀਪੀ ਜਿਹੜੇ ਨੇ ਬਦਲੇ ਗਏ ਨੇ। ਇਸ ਤੋਂ ਇਲਾਵਾ ਉਹਨਾਂ ਨੇ ਇੱਕ ਬਹੁਤ ਵੱਡੀ ਗੱਲ ਕਹੀ, ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਦੇ ਬਾਰੇ ਇੱਥੇ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਮੋਦੀ ਸਾਹਿਬ ਨੂੰ ਕਾਫੀ ਹੱਦ ਤੱਕ ਜਿਹੜਾ ਡਰ ਸੀਗਾ, ਪੰਜਾਬ ਸਰਕਾਰ ਦੀ ਪੂਰੀ ਕਹਿੰਦੇ ਪਲੈਨਿੰਗ ਸੀਗੀ ਕਿ ਮੋਦੀ ਸਾਹਿਬ ਦੇ ਉੱਤੇ ਕੋਈ ਹਮਲਾ ਜਿਹੜਾ ਕੀਤਾ ਜਾਵੇ। ਤੁਸੀਂ ਇਹਦੇ ਬਾਰੇ ਕੀ ਕਹੋਗੇ? ਦੇਖੋ ਬਾਹਰ ਆ ਕੇ ਉਹਨਾਂ ਨੇ ਬੜੇ ਭਾਵਕ ਮਨ ਨਾਲ ਪ੍ਰੈਸ ਕਾਨਫਰੰਸ ਕੀਤੀ ਤੇ ਬੜੇ ਭਾਵਕ ਵੀ ਹੋਏ। ਉਹ ਕਹਿੰਦੇ ਵੀ ਬਹੁਤ ਸਾਰੀਆਂ ਔਰਤਾਂ ਨੇ, ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਮੈਂ ਨਾਢਾ ਸਾਹਿਬ ਉੱਥੇ ਮੱਥਾ ਟੇਕਣ ਗਿਆ ਤਾਂ ਮੈਨੂੰ ਉਹਨਾਂ ਨੇ ਜੱਫੀ ਪਾ ਲਈ, ਪਿਆਰ ਦਿੱਤਾ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਮੈਂ ਹੀ ਵਿਕਰਮ ਸਿੰਘ ਮਜੀਠੀਆ, ਮੈਂ ਉਹੀ ਬੰਦਾ ਜਿਹਦੇ ਮਗਰ ਮਤਲਬ ਇਸ ਤਰ੍ਹਾਂ ਜਿਹੜੀ ਸਰਕਾਰ ਨੇ ਪੁਲਿਸ ਵਗੈਰਾ ਲਾਈ ਹੋਈ ਹੈ ਜਾਂ ਮੈਨੂੰ ਸਿਆਸੀ ਬਦਲਾਖੋਰੀ ਦੇ ਤਹਿਤ ਗਲਤ ਝੂਠੇ ਮੁਕੱਦਮੇ 'ਚ ਫਸਾਇਆ ਜਾ ਰਿਹਾ, ਤਾਂ ਲੋਕਾਂ ਦੀ ਮੇਰੇ ਨਾਲ ਹਮਦਰਦੀ ਸੀ। ਔਰ ਮੈਂ ਧੰਨਵਾਦ ਕਰਦਾ ਉਹਨਾਂ ਅਫਸਰਾਂ ਦਾ ਵੀ ਜਿਨ੍ਹਾਂ ਨੇ ਕਿ ਸਰਕਾਰ ਦਾ ਹੁਕਮ ਨਹੀਂ ਮੰਨਿਆ, ਔਰ ਇਸੇ ਕਰਕੇ ਡੀਜੀਪੀ ਬਦਲੇ ਗਏ। ਔਰ ਇਹ ਸਾਰਾ ਕੁਝ ਜਿਹੜਾ ਸਿਆਸੀ ਬਦਲਾਖੋਰੀ ਦੇ ਤਹਿਤ ਹੋ ਰਿਹਾ। ਪਰ ਆ ਪ੍ਰਧਾਨ ਮੰਤਰੀ ਵਾਲਾ ਜਿਹੜਾ ਬਿਆਨ ਹੈ ਇਹ ਬਹੁਤ ਇੰਪੋਰਟੈਂਟ ਹੈ। ਇੰਪੋਰਟੈਂਟ ਕਿਵੇਂ ਹੈ? ਉਹ ਕਹਿੰਦੇ ਨਾ ਕਹੀਂ ਪੇ ਨਿਗਾहें ਕਹੀਂ ਪੇ ਨਿਸ਼ਾਨਾ। ਇਹ ਦਰਅਸਲ ਇਹ ਗੱਲ ਜਿਹੜੀ ਇਹਨਾਂ ਨੇ ਕਹੀ ਹੈ, ਪਹਿਲੀ ਗੱਲ ਤਾਂ ਬੇਤਰਕ ਹੈ। ਤੁਸੀਂ ਦੇਖੋ ਪ੍ਰਧਾਨ ਮੰਤਰੀ ਉੱਪਰ ਕਿਸੇ ਨੇ ਰੋੜਾ ਨਹੀਂ ਸੁੱਟਿਆ, ਕਿਸੇ ਨੇ ਕੋਈ ਕਾਨੇ ਵਾਲਾ ਤੀਲ ਨਹੀਂ ਚਲਾਇਆ, ਕਿਸੇ ਨੇ ਕੋਈ ਭੂੰਡ ਭੜਾਕਾ ਨਹੀਂ ਵਜਾਇਆ ਉੱਥੇ।
ਠੀਕ ਹੈ, ਕਿਸੇ ਨੇ ਕੈਰੀ ਅੱਖ ਨਾਲ ਤੱਕਿਆ ਨਹੀਂ। ਜੀ ਜੇ ਉੱਥੇ ਗਏ ਵੀ ਕੋਈ ਤਾਂ ਉਹ ਭਾਜਪਾ ਦੇ ਹੀ ਕਾਰਜਕਰਤਾ ਸੀ ਜੀ ਜਿਹੜੇ ਉਹ ਝੰਡੇ ਲੈ ਕੇ ਉੱਥੇ ਪੁਲ ਤੇ ਪਹੁੰਚ ਗਏ, ਔਰ ਕਿਸਾਨ ਕੋਈ ਵੀ ਉੱਥੇ ਨਹੀਂ ਆਇਆ, ਕਿਉਂਕਿ ਕਿਸਾਨਾਂ ਨੂੰ ਇਸ ਗੱਲ ਦੀ ਖਬਰ ਹੀ ਨਹੀਂ ਸੀ ਕਿ ਇੱਥੇ ਕੌਣ ਆਇਆ ਹੋਇਆ, ਪੁਲ ਤੇ ਕੌਣ ਖੜਾ। ਪ੍ਰਧਾਨ ਮੰਤਰੀ ਦਾਅਵਾ ਕਰਦੇ ਰਹੇ ਨੇ ਕਿ ਉਹਨਾਂ ਦੀ 56 ਇੰਚ ਦੀ ਛਾਤੀ ਹੈ ਔਰ ਉਹ ਡਰਦੇ ਨਹੀਂ ਕਿਸੇ ਤੋਂ। ਔਰ ਜਿਹੜਾ ਬੰਦਾ ਡਰਦਾ ਨਹੀਂ ਨਾ ਹੁੰਦਾ ਉਹ ਤਾਂ ਫਿਰ ਜੇ ਮੌਤ ਵੀ ਸਾਹਮਣੇ ਖੜੀ ਹੋਵੇ ਤਾਂ ਵੀ ਨਹੀਂ ਡਰਦਾ ਹੁੰਦਾ। ਔਰ ਉਹ ਇਹ ਕਦੇ ਵੀ ਨਹੀਂ ਕਹਿੰਦਾ ਕਿ ਮੈਂ ਜ਼ਿੰਦਾ ਬਚ ਗਿਆ ਜਾਂ ਮੈਂ ਹੋ ਗਿਆ, ਸ਼ੁਕਰ ਨਹੀਂ ਕਰਦਾ, ਕਿਉਂਕਿ ਉਸ ਬੰਦੇ ਦਾ ਕੱਦ ਹੀ ਇੰਨਾ ਉੱਚਾ ਹੁੰਦਾ ਕਿ ਉਹ ਇਸ ਤਰ੍ਹਾਂ ਦਾ ਛੋਟਾ ਜਿਹਾ ਬਿਆਨ ਨਹੀਂ ਦਿੰਦਾ, ਕਿ ਆਪਣੇ ਆਪ ਨੂੰ ਵਿਚਾਰਾ ਨਹੀਂ ਬਣਾਉਂਦਾ, ਉਹ ਹਮਦਰਦੀ ਖੱਟਣ ਵਾਸਤੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਕਰਦਾ। ਹੁਣ ਇਹ ਬੰਦੇ ਨੇ, ਬਿਕਰਮ ਸਿੰਘ ਮਜੀਠੀਆ ਨੇ ਜਿਹੜਾ ਬਿਆਨ ਦਿੱਤਾ ਹੈ, ਇਹ ਬੜਾ ਮਤਲਬ ਸੋਚ ਸਮਝ ਕੇ ਦਿੱਤਾ ਗਿਆ। ਇਹਦੇ ਨਾਲ ਕੀ ਹੈ, ਇਹਦੇ ਨਾਲ ਇਹ ਹੈ ਵੀ ਸਰਕਾਰ ਹੁਣ ਇਹਨਾਂ ਦੀ ਸਹਾਇਤਾ ਤੇ ਆਵੇਗੀ। ਮੋਦੀ ਜੀ ਨੂੰ ਜਿੰਨਾ ਇਹ ਵਡਿਆਉਣਗੇ, ਮਹਾਨ ਬਣਾਉਣਗੇ, ਓਨੀ ਵੇਟੇਜ ਇਹਨਾਂ ਨੂੰ ਮਿਲੇਗੀ। ਠੀਕ ਹੈ ਜੀ। ਦੂਸਰੀ ਗੱਲ ਇਹ ਹੈ ਕਿ ਭਾਵੇਂ ਕਹਿ ਤਾਂ ਦਿੱਤਾ ਹੈ ਇਹਨਾਂ ਨੇ, ਮਤਲਬ ਅਕਾਲੀ ਦਲ ਬਾਦਲ ਨੇ, ਕਿ ਸਾਡਾ ਜਿਹੜਾ 9 ਮਾਸ ਦਾ ਰਿਸ਼ਤਾ ਸੀ ਉਹ ਭਾਜਪਾ ਨਾਲੋਂ ਟੁੱਟ ਗਿਆ, ਪਰ ਇਹ ਟੁੱਟਿਆ ਟੱਟਿਆ ਕੋਈ ਨਹੀਂ ਗਾ। ਉਹਨਾਂ ਦੇ ਬਿਆਨ ਤੋਂ ਸਾਫ਼-ਸਾਫ਼ ਪਤਾ ਲੱਗ ਰਿਹਾ, ਇਹਨਾਂ ਦੇ ਬਿਆਨ ਤੋਂ ਸਾਫ਼ ਜ਼ਾਹਿਰ ਹੈ ਕਿ ਇਹਨਾਂ ਦੇ ਮੈਂਟਰ ਅਜੇ ਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ, ਔਰ ਉਹੀ ਇਹਨਾਂ ਦੇ ਰਹਿਨੁਮਾ ਨੇ, ਰਾਹਬਰ ਨੇ। ਔਰ ਉਹ ਜੇ ਉਹਨਾਂ ਤੇ ਕੋਈ ਖਤਰਾ ਹੈ ਜਿਹੜਾ ਕਿ ਹੈ ਹੀ ਨਹੀਂ, ਔਰ ਇਹ ਦੁਨੀਆ ਜਾਣਦੀ ਹੈ ਕਿ ਉਹਨਾਂ ਨੂੰ ਕੋਈ ਖਤਰਾ ਨਹੀਂ ਸੀ, ਕਿਉਂਕਿ ਜੇ ਉਹਨਾਂ ਨੂੰ ਪਾਕਿਸਤਾਨ 'ਚ ਕੋਈ ਖਤਰਾ ਨਹੀਂ, ਜੇ ਦੇਸ਼ ਦੇ ਹੋਰ ਸੂਬਿਆਂ ਦੇ ਵਿੱਚ ਉਹਨਾਂ ਨੂੰ ਕੋਈ ਖਤਰਾ ਨਹੀਂ ਜਿੱਥੇ ਉਹਨਾਂ ਦੀ ਵਿਰੋਧਤਾ ਵੀ ਹੁੰਦੀ ਰਹੀ ਹੈ, ਤਾਂ ਫਿਰ ਪੰਜਾਬ 'ਚ ਖਤਰੇ ਦਾ ਮਤਲਬ ਹੀ ਨਹੀਂਗਾ, ਕਿਉਂਕਿ ਇਹ ਪੰਜਾਬ ਉਹ ਹੈ ਜਿਹਨੇ ਹਿੰਦੁਸਤਾਨ ਦੀ ਅਜ਼ਮਤ ਦੀ, ਅਣਖ ਦੀ, ਆਬਰੂ ਦੀ ਰਖਵਾਲੀ ਕੀਤੀ ਹੈ। ਔਰ ਇਹ ਉਹੀ ਪੰਜਾਬ ਹੈ ਜਿਸ ਦੇ ਲੋਕ ਚਰਖੜੀਆਂ ਤੇ ਚੜ੍ਹਨਾ ਜਾਣਦੇ ਨੇ, ਤਤੀਆਂ ਤਵੀਆਂ ਤੇ ਸਾਡੇ ਗੁਰੂ ਸਾਹਿਬਾਨ ਬੈਠੇ ਨੇ, ਕਾਹਦੇ ਵਾਸਤੇ? ਜੀ ਬਿਲਕੁਲ। ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹਾਦਤ ਕਿਉਂ ਦਿੱਤੀ, ਕਾਹਦੇ ਵਾਸਤੇ? ਉਹ ਜਿਹੜੇ ਤਿਲਕ ਜੰਜੂ ਦੇ ਰਾਖੇ ਹੈ, ਉਸ ਸਰਜ਼ਮੀਨ ਤੇ ਕਿਸੇ ਵਿਅਕਤੀ ਉੱਪਰ ਇਸ ਤਰ੍ਹਾਂ ਦਾ ਹਮਲਾ ਹੋ ਹੀ ਕਿਵੇਂ ਸਕਦਾ? ਹੋ ਹੀ ਨਹੀਂ ਸਕਦਾ, ਔਰ ਕੋਈ ਹਮਲਾ ਨਹੀਂ ਸੀ। ਇਹ ਸਿਰਫ ਇਹ ਗੱਲ ਹੈ ਕਿ ਇਹ ਇੱਕ ਰਾਜਨੀਤਿਕ ਸ਼ਤਰੰਜ ਦੀ ਚਾਲ ਸੀ, ਔਰ ਉਹ ਚਾਲ ਕਾਮਯਾਬ ਨਹੀਂ ਹੋ ਸਕੀ, ਕਿਉਂਕਿ ਸਾਰੇ ਆਲਮ 'ਚ ਇਸ ਗੱਲ ਦੀ ਵਿਰੋਧਤਾ ਹੋਈ ਕਿ ਯਾਰ ਪ੍ਰਧਾਨ ਮੰਤਰੀ ਹੋ ਕੇ, ਔਰ ਜਿਹੜੇ ਆਪਣੇ ਆਪ ਨੂੰ ਇਹਨੇ ਬਹਾਦਰ ਪ੍ਰਧਾਨ ਮੰਤਰੀ ਕਹਿੰਦੇ ਨੇ, ਜਿਹੜੇ ਮਤਲਬ ਇਹਨੇ ਤੰਗੀਆਂ ਤੁਰਸ਼ੀਆਂ ਦੇ ਮਾਹੌਲ 'ਚ ਪੜੇ ਤੇ ਜਿਨ੍ਹਾਂ ਨੇ ਇੰਨੀ ਜ਼ਿੰਦਗੀ 'ਚ ਕਸ਼ਮਕਸ਼ ਕੀਤੀ, ਉਹ ਮੌਤ ਤੋਂ ਕਿਵੇਂ ਡਰ ਜਾਣਗੇ? ਉਹਨਾਂ ਨੂੰ ਤਾਂ ਕਹਿਣਾ ਚਾਹੀਦਾ ਸੀਗਾ ਵੀ ਮੈਂ ਭਾਈ ਖੁਸ਼ ਹਾਂ ਕਿ ਮੈਂ ਮਤਲਬ ਪੰਜਾਬ ਦਾ ਬਹੁਤ ਉਹ ਸਾਰਾ ਕੁਝ ਵੇਖ ਲਿਆ ਜਿਹੜਾ ਮੈਂ ਵੈਸੇ ਬਤੌਰ ਪ੍ਰਧਾਨ ਮੰਤਰੀ ਨਹੀਂ ਵੇਖ ਸਕਦਾ ਸੀਗਾ। ਮੈਂ ਪੁਲ ਤੇ ਖਲੋਇਆ, ਮੈਨੂੰ ਹਰੀਆਂ ਫਸਲਾਂ ਦਿਸੀਆਂ ਉੱਥੇ, ਔਰ ਮੈਨੂੰ ਸਿੰਪਲ ਸਧਾਰਨ ਲੋਕ ਦਿਸੇ, ਔਰ ਕਿੰਨਾ ਮਤਲਬ ਲੋਕਾਂ ਦੇ ਵਿੱਚ ਉਤਸ਼ਾਹ ਸੀ ਮੈਨੂੰ ਮਿਲਣ ਦਾ, ਦੇਖਣ ਦਾ। ਪਰ ਮੇਰੀ ਮਜਬੂਰੀ ਇਹ ਹੈ ਕਿ ਮੈਂ ਪ੍ਰਧਾਨ ਮੰਤਰੀ ਹਾਂ ਔਰ ਮੈਂ ਉਸ ਤਰ੍ਹਾਂ ਨਹੀਂ ਵਿਚਰ ਸਕਦਾ ਜਿਸ ਤਰ੍ਹਾਂ ਇੱਕ ਸਧਾਰਨ ਵਿਅਕਤੀ ਵਿਚਰਦਾ ਹੈ। ਤੋ ਬਿਕਰਮ ਸਿੰਘ ਮਜੀਠੀਆ ਦਾ ਇਹ ਬਿਆਨ ਸਿਰਫ ਭਾਜਪਾ ਨੂੰ ਖੁਸ਼ ਕਰਨ ਵਾਸਤੇ ਹੈ, ਤੇ ਜੇ ਭਾਜਪਾ ਖੁਸ਼ ਹੋ ਜਾਵੇਗੀ ਤਾਂ ਬਿਕਰਮ ਸਿੰਘ ਮਜੀਠੀਆ ਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ। ਬਿਲਕੁਲ। ਡਰੱਗ ਕੇਸ ਮਾਮਲੇ ਦੇ ਵਿੱਚ ਜਿਹੜੀ ਭਾਜਪਾ ਸਰਕਾਰ ਹੈ ਨਾ ਦੀ ਪੂਰੀ ਜ਼ੋਰ ਜਿਹੜੀ ਹੈ ਮਦਦ ਕਰੇਗੀ। ਸੋ ਇਹੀ ਇੱਕ ਪੂਰੀ ਤਰ੍ਹਾਂ ਦੀ ਪਲੈਨਿੰਗ ਸੀ ਇਸ ਬਿਆਨ ਦੇ ਪਿੱਛੇ। ਇਹਦੇ ਨਾਲ ਹੀ ਸਰ ਇੱਕ ਗੱਲ ਅਗਲੀ ਹੋਰ ਕਰਾਂਗੇ ਕਿ ਹਰਿਦੁਆਰ ਤੇ ਦਿੱਲੀ ਦੇ ਵਿੱਚ ਨਾ ਦਿੱਤੇ ਗਏ ਨਫ਼ਰਤੀ ਭਾਸ਼ਣਾਂ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ। ਉਹਦੀ ਸੁਣਵਾਈ ਤਾਂ ਫਿਲਹਾਲ ਕੱਲ ਹੋਏਗੀ। ਪਟੀਸ਼ਨ ਦੇ ਵਿੱਚ ਇਹ ਕਿਹਾ ਗਿਆ ਕਿ ਜਿਨ੍ਹਾਂ ਨੇ ਨਫ਼ਰਤੀ ਭਾਸ਼ਣ ਦਿੱਤੇ ਨੇ ਨਾ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ। ਸੋ ਕਾਰਵਾਈ ਦੀ ਮੰਗ ਜਿਹੜੀ ਹੈ ਮੰਗੀ ਗਈ ਹੈ। ਖਾਸ ਤੌਰ ਤੇ ਇਹਨਾਂ ਭਾਸ਼ਣਾਂ ਦੇ ਵਿੱਚ ਮੁਸਲਿਮ ਭਾਈਚਾਰੇ ਨੂੰ ਜਿਹੜਾ ਟਾਰਗੇਟ ਬਣਾਇਆ ਗਿਆ ਸੀਗਾ। ਇੱਥੇ ਦੂਸਰੀ ਗੱਲ ਮੈਂ ਤੁਹਾਡੇ ਨਾਲ ਇਹ ਕਰੂੰਗੀ ਕਿ ਯੂਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਜੀ ਦੇ ਨਾਲ ਇੱਕ ਪੱਤਰਕਾਰ ਦੇ ਨਾਲ ਗੱਲਬਾਤ ਹੋਈ BBC ਦੇ ਜੀ। ਪੱਤਰਕਾਰ ਨੇ ਜਦੋਂ ਉਹਨਾਂ ਨੂੰ ਧਰਮ ਸੰਸਦ ਦੇ ਮਾਮਲੇ ਦੇ ਵਿੱਚ ਸਵਾਲ ਪੁੱਛਣੇ ਸ਼ੁਰੂ ਕੀਤੇ ਤਾਂ ਕੇਸ਼ਵ ਜੀ ਨੇ ਕਾਫੀ ਕਹਿੰਦੇ ਆਨਾਕਾਨੀ ਕੀਤੀ ਹੈ। ਉਹ ਜਿਹੜੀ ਪੂਰੀ ਦੀ ਪੂਰੀ ਇੰਟਰਵਿਊ ਛਾਪੀ ਵੀ ਗਈ ਔਰ ਕਾਫੀ ਹੱਦ ਤੱਕ ਉਹਨਾਂ ਨੇ ਇੰਟਰਵਿਊ ਬੰਦ ਕਰਨ ਤੋਂ ਬਾਅਦ ਇਹ ਕਿਹਾ ਗਿਆ ਕਿ ਇਹਨੂੰ ਡਿਲੀਟ ਕਰ ਦਿੱਤਾ ਜਾਵੇ। ਉਹ ਤਾਂ ਚਲੋ ਕਿਤੇ ਡਾਟਾ ਕਹਿੰਦੇ ਰਿਕਵਰ ਹੋ ਗਿਆ ਤੇ ਉਹ ਜਿਹੜੀ ਸਾਰੀ ਇੰਟਰਵਿਊ ਛਪ ਗਈ। ਸੋ ਉਹਨਾਂ ਨੇ ਇਸ ਮੁੱਦੇ ਦੇ ਉੱਤੇ, ਧਰਮ ਸੰਸਦ ਦੇ ਮੁੱਦੇ ਦੇ ਉੱਤੇ ਕਿਉਂ ਆਨਾਕਾਨੀ ਕੀਤੀ ਤੇ ਉਹਨਾਂ ਨੇ ਇਹ ਕਿਉਂ ਕਿਹਾ ਕਿ ਰਾਜਨੀਤੀ ਦਾ ਮੁੱਦਾ ਨਹੀਂ ਹੈ? ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਧੂ ਪੁਰਸ਼ ਸੀਗੇ, ਉਹ ਕੀ ਕਹਿੰਦੇ ਆ ਕੀ ਨਹੀਂ ਕਹਿੰਦੇ, ਸਾਡਾ ਉਹਦੇ ਤੇ ਕੋਈ ਜ਼ੋਰ ਨਹੀਂਗਾ। ਠੀਕ ਹੈ, ਪਰ ਇੱਕ ਸਵਾਲ ਇਹ ਹੈ ਕਿ ਜਿਹੜਾ ਹੈ ਸਾਧੂ ਹੋਣ ਦਾ ਮਤਲਬ ਕੀ ਹੈ? ਕਿ ਉਹ ਮੁਕੰਮਲ ਇਨਸਾਨ ਤੋਂ ਵੀ ਅੱਗੇ ਵਾਲੀ ਸਟੇਜ ਤੇ ਆ, ਜਿੱਥੇ ਉਹ ਭੇਦਭਾਵ ਨੂੰ ਸਵੀਕਾਰ ਹੀ ਨਹੀਂ ਕਰ ਸਕਦਾ। ਉਹਦੇ ਨਜ਼ਰਾਂ ਦੇ ਵਿੱਚ ਰੰਗ, ਨਸਲ, ਜਾਤ ਪਾਤ, ਊਚ ਨੀਚ ਜਾਂ ਧਰਮ ਦੇ ਜਾਂ ਫਿਰਕਿਆਂ ਦੇ ਪਾੜੇ ਨਹੀਂ ਹਨ। ਕਿਉਂਕਿ ਜਦੋਂ ਕੋਈ ਵਿਅਕਤੀ ਪਰਮਾਤਮਾ ਤੱਕ ਪਹੁੰਚ ਜਾਂਦਾ ਹੈ ਜਾਂ ਅਧਿਆਤਮਕ ਉੱਚਤਾ ਵਾਲੀ ਸ਼੍ਰੇਣੀ ਤੇ ਪਹੁੰਚ ਜਾਂਦਾ ਹੈ, ਉਸ 'ਚ ਸ਼ਾਮਿਲ ਹੋ ਜਾਂਦਾ ਹੈ,
ਤਾਂ ਫਿਰ ਉਹਦੇ ਵਾਸਤੇ ਤੋਹੀ ਮੋਹੀ ਤੋਹੀ ਅੰਤਰ ਕੈਸਾ ਵਾਲੀ ਸਥਿਤੀ ਵਰਤਦੀ ਹੈ। ਉਹਦੀ ਮਾਨਸਿਕਤਾ ਇਸ ਤਰ੍ਹਾਂ ਦੀ ਹੋ ਜਾਂਦੀ ਹੈ। ਸਭੇ ਸਾਂਝੀ ਵਾਲ ਸਦਾਇਣ ਕੋਈ ਨਾ ਦਿਸੈ ਬਾਹਰਾ ਜੀਓ। ਤੋ ਇਹ ਹੈ ਉਹ ਅਧਿਆਤਮਕ ਸਥਿਤੀ ਜਿੱਥੇ ਵੈਰ ਵਿਰੋਧ ਦਾ ਮਤਲਬ ਹੀ ਕੋਈ ਨਹੀਂਗਾ। ਇਹ ਜਿਹੜੇ ਸਾਧੂ ਉੱਥੇ ਇਕੱਠੇ ਹੋਏ ਧਰਮ ਸੰਸਦ ਦੇ ਨਾਮ ਤੇ, ਇਹਨਾਂ ਨੇ ਕਿਹਾ ਇਹ ਕਿ ਜਿਹੜੇ ਮੁਸਲਮਾਨ ਨੇ ਜੀ ਤੁਸੀਂ ਇਹਨਾਂ ਨੂੰ ਖਤਮ ਕਰੋ। ਕਤਲੇਆਮ ਵਰਗੇ ਸ਼ਬਦ ਵਰਤੇ ਗਏ। ਔਰ ਦੇਖੋ ਸਿਤਮ ਜ਼ਰੀਫੀ ਕੀ ਹੈ ਕਿ ਹਾਈ ਕੋਰਟ ਦੀ ਸਾਬਕਾ ਜੱਜ ਅੰਜਨਾ ਪ੍ਰਕਾਸ਼ ਔਰ ਇੱਕ ਕੁਰਬਾਨ ਅਲੀ ਨਾਮ ਦੇ ਸ਼ਖਸ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਪਾਈ ਹੈ, ਜਦ ਕਿ ਕਾਨੂੰਨ ਇਨਸਾਫ ਦਾ ਕੰਮ ਕੀ ਹੁੰਦਾ? ਕਾਨੂੰਨ ਤੇ ਇਨਸਾਫ ਦਾ ਕੰਮ ਇਹ ਹੁੰਦਾ ਕਿ ਅੱਖਾਂ ਹਮੇਸ਼ਾ ਖੁੱਲੀਆਂ ਰਹਿਣ, ਕੰਨ ਹਮੇਸ਼ਾ ਖੁੱਲੇ ਰਹਿਣ, ਮਨ ਸਤਰਕ ਰਹੇ ਕਿ ਕਿਸੇ ਨਾਲ ਕੋਈ ਬੇਇਨਸਾਫੀ ਨਾ ਹੋਵੇ। ਸੁਪਰੀਮ ਕੋਰਟ ਨੂੰ ਚਾਹੀਦਾ ਸੀ ਕਿ ਇਸ ਦਾ ਖੁਦ ਬ ਖੁਦ ਉਹ ਨੋਟਿਸ ਲੈਂਦੀ ਔਰ ਉਹ ਬੰਦੇ ਜਿਹੜੇ ਹਿੰਦੁਸਤਾਨ ਵਿੱਚ ਕਿਸੇ ਫਿਰਕੇ ਦੇ ਕਤਲੇਆਮ ਦਾ ਹੋਕਾ ਦਿੰਦੇ ਆ ਜੀ, ਉਹਨਾਂ ਨੂੰ ਪਹਿਲੇ ਦਿਨ ਹੀ ਚੱਕ ਕੇ ਅੰਦਰ ਕਰਨਾ ਚਾਹੀਦਾ ਸੀਗਾ। ਔਰ ਇਹੀ ਨਹੀਂ, ਇੱਥੇ ਹੀ ਬਸ ਨਹੀਂ, ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਜਿਹੜਾ ਕਿ ਸਿਆਣੇ ਇਹ ਕਹਿੰਦੇ ਨੇ ਕਿ ਬੜਾ ਵੱਡਾ ਰਾਜਨੀਤਿਕ ਛੜਯੰਤਰ ਸੀ ਇਹ, ਸਿਰਫ ਕਾਹਦੇ ਵਾਸਤੇ? ਉੱਤਰ ਪ੍ਰਦੇਸ਼ ਵਿੱਚ ਵੋਟਾਂ ਨੂੰ ਪ੍ਰਭਾਵਿਤ ਕਰਨ ਵਾਸਤੇ, ਪ੍ਰਧਾਨ ਮੰਤਰੀ ਨੂੰ ਵਿਚਾਰਾ ਬਣਾ ਕੇ ਪੇਸ਼ ਕਰਨ ਵਾਸਤੇ ਔਰ ਇਹਦੇ ਪੱਜ ਨਾਲ ਵੋਟਾਂ ਲੈਣ ਵਾਸਤੇ ਜੀ। ਸੋ ਤੁਸੀਂ ਦੇਖੋ ਕਿ ਇੱਥੇ ਸਾਰਾ ਕੁਝ ਕਿਵੇਂ ਚੱਲਦਾ ਹੈ ਨਾ। ਸੁਪਰੀਮ ਕੋਰਟ ਨੇ ਹੁਣ ਸੁਣਵਾਈ ਦੀ ਹਾਮੀ ਭਰੀ ਹੈ ਜੀ, ਕਿਉਂਕਿ ਮਸਲਾ ਬੜਾ ਗੰਭੀਰ ਹੈ। ਜਦੋਂ ਫਰਵਰੀ ਮਹੀਨੇ ਦੇ ਵਿੱਚ ਗੁਜ਼ਸ਼ਤਾ ਸਾਲ ਉੱਥੇ ਦੰਗੇ ਹੋਏ ਸੀ ਦਿੱਲੀ ਦੇ ਵਿੱਚ, ਉਦੋਂ ਤੁਹਾਨੂੰ ਪਤਾ ਕਿ ਉੱਥੇ ਕਿਸਨੇ ਜ਼ਹਿਰੀਲੇ ਨਾਅਰੇ ਮਾਰੇ ਗਏ ਸਨ ਔਰ ਉਹਨਾਂ ਦੇ ਵਿੱਚ ਭਾਜਪਾ ਦੇ ਮੰਤਰੀ, ਵਿਧਾਇਕ ਤੇ ਕਾਰਜਕਰਤਾ ਵੀ ਸ਼ਾਮਲ ਸਨ। ਇੱਕ ਫਿਰਕੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਪਰ ਉਹਨਾਂ ਦੇ ਖਿਲਾਫ ਕੁਝ ਨਹੀਂ ਹੋਇਆ। ਅਰਵਿੰਦ ਕੇਜਰੀਵਾਲ ਜਿਹੜਾ ਆਪਣੇ ਆਪ ਨੂੰ ਇਮਾਨਦਾਰ ਕਹਿੰਦਾ, ਦਿੱਲੀ ਦਾ ਮੁੱਖ ਮੰਤਰੀ ਹੈ ਔਰ ਇਹਨੇ ਉਹਨਾਂ ਬੰਦਿਆਂ ਦੇ ਖਿਲਾਫ ਆਵਾਜ਼ ਤੱਕ ਨਹੀਂ ਉਠਾਈ। ਠੀਕ, ਇਹ ਬੰਦਾ ਆਪਣੇ ਆਪ ਨੂੰ ਹੁਣ ਸਿੱਖਾਂ ਦਾ ਹਮਦਰਦ ਤੇ ਪੰਜਾਬੀਆਂ ਦਾ ਹਮਦਰਦ ਕਹਿੰਦਾ। ਪਰ ਦਿੱਲੀ ਵਿੱਚ ਕੀ ਹਾਲ ਹੈ? ਦਿੱਲੀ ਵਿੱਚ ਇਹਦੇ ਮੰਤਰੀ ਮੰਡਲ 'ਚ ਇੱਕ ਵੀ ਸਿੱਖ ਸ਼ਾਮਲ ਨਹੀਂ ਕੀਤਾ ਗਿਆ ਔਰ ਇਹ ਕਦੇ ਸਿੱਖਾਂ ਦੇ ਮਤਲਬ ਹੱਕ 'ਚ ਕਦੇ ਖੜਾ ਵੀ ਨਹੀਂ। ਔਰ ਦੂਸਰੀ ਗੱਲ ਦੇਖੋ ਕਿ ਪ੍ਰਧਾਨ ਮੰਤਰੀ ਦੀ ਫੇਰੀ ਨੂੰ ਲੈ ਕੇ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੇ ਨੇ। ਇੱਕ ਸਿਰਫਿਰੇ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਅਸੀਂ ਤਾਂ ਨਾਮੋ ਨਿਸ਼ਾਨ ਮਿਟਾ ਦੇਵਾਂਗੇ ਸਿੱਖਾਂ ਦਾ ਔਰ ਇਹਨਾਂ ਨੂੰ ਕਾਗਜ਼ ਪੈਨ ਵੀ ਨਹੀਂ ਲੱਭਣਾ, ਮਤਲਬ ਉਹ ਬੰਦੇ ਨਹੀਂ ਲੱਭਣੇ ਕਿ ਸਿੱਖ ਜਿਹੜੇ ਕਾਗਜ਼ ਪੈਨ ਦੀ ਵਰਤੋਂ ਕਰ ਸਕਣ। ਤਾਂ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ। ਪਰ ਗੱਲ ਇਹ ਹੈ ਕਿ ਤੁਸੀਂ ਬੁਜ਼ਦਿਲੀ ਦੇ ਇਤਿਹਾਸ ਨੂੰ ਖਤਮ ਕਿਵੇਂ ਕਰੋਗੇ? ਤੁਹਾਡੀ ਬੁਜ਼ਦਿਲੀ ਦਾ ਇਤਿਹਾਸ ਤਾਂ ਸਾਰੀ ਦੁਨੀਆ ਜਾਣਦੀ ਹੈ ਕਿ ਇੱਥੇ ਕੀ ਕੁਝ ਹੁੰਦਾ ਰਿਹਾ ਜੀ। ਇਸ ਤਰ੍ਹਾਂ ਦੀਆਂ ਗਿੱਦੜ ਭਵਕੀਆਂ ਕਿਸੇ ਹੋਰ ਨੂੰ ਤਾਂ ਚਲੋ ਦੇ ਦਿਓ, ਪਰ ਇਹਨਾਂ ਨੂੰ ਪਤਾ ਹੈ ਨਾ ਵੀ ਸਿੱਖਾਂ ਦਾ ਮਤਲਬ ਕੀ ਹੁੰਦਾ। ਇਹਨਾਂ ਨੂੰ ਪਤਾ ਨਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਾਜੀ ਹੋਈ ਜਿਹੜੀ ਕੌਮ ਹੈ ਉਹ ਕਿਸੇ ਤੋਂ ਨਹੀਂ ਡਰਦੀ। ਬਿਲਕੁਲ, ਉਹ ਕਿਸੇ ਮਤਲਬ ਜੋ ਮਨੁੱਖੀ ਜਾਮੇ ਚ ਆਇਆ ਉਹਦੇ ਤੋਂ ਨਹੀਂ ਡਰਦੀ, ਉਹ ਇੱਕ ਅਕਾਲ ਪੁਰਖ ਤੋਂ ਡਰਦੀ ਹੈ ਔਰ ਉਹਦੀ ਰਜ਼ਾ ਚ ਰਹਿੰਦੀ ਹੈ। ਔਰ ਇਹ ਜਿਹੜੇ ਬੰਦੇ ਗਿੱਦੜ ਭਵਕੀਆਂ ਦੇ ਰਹੇ ਨੇ, ਇਹਨਾਂ ਨੂੰ ਇਸ ਗੱਲ ਦਾ ਇਲਮ ਨਹੀਂ ਹੈ ਕਿ ਜੇ ਅੱਜ ਹਿੰਦੁਸਤਾਨ ਆਜ਼ਾਦੀ ਦਾ ਨਿੱਘ ਮਾਣ ਰਿਹਾ ਉਹ ਇਸ ਪੰਜਾਬ ਸਦਕਾ ਹੈ। ਬਿਲਕੁਲ, ਇਹਨਾਂ ਨੂੰ ਨਹੀਂ ਭੁੱਲਣਾ ਚਾਹੀਦਾ। ਸਰ ਇੱਥੇ ਮੈਂ ਤੁਹਾਡੇ ਨਾਲ ਗੱਲ ਇਹ ਕਰੂੰਗੀ, ਚਾਹੇ ਸਿੱਖਾਂ ਦੇ ਪ੍ਰਤੀ ਇਹੋ ਜਿਹਾ ਕੋਈ ਬਿਆਨ ਹੋਵੇ, ਚਾਹੇ ਮੁਸਲਮਾਨਾਂ ਦੇ ਪ੍ਰਤੀ ਹੋਵੇ, ਚਾਹੇ ਹਿੰਦੂਆਂ ਦੇ ਪ੍ਰਤੀ ਹੋਵੇ, ਕਿਸੇ ਵੀ ਫਿਰਕੇ ਦੇ ਪ੍ਰਤੀ ਇਹੋ ਜਿਹਾ ਬਿਆਨ ਦਿੱਤਾ ਜਾਵੇ, ਕੋਸ਼ਿਸ਼ ਤਾਂ ਇਹੀ ਹੁੰਦੀ ਹੈ ਕਿ ਇਹੋ ਜਿਹਾ ਬਿਆਨ ਦੇ ਕੇ ਸਿਰਫ ਤੇ ਸਿਰਫ ਦੇਸ਼ ਦਾ ਜਿਹੜਾ ਮਾਹੌਲ ਖਰਾਬ ਕੀਤਾ ਜਾਵੇ, ਲੋਕਾਂ ਦੇ ਮਨਾਂ ਦੇ ਵਿੱਚ ਨਫ਼ਰਤ ਪੈਦਾ ਕੀਤੀ ਜਾਵੇ, ਹੋਰ ਕੋਈ ਜਿਹੜਾ ਮਕਸਦ ਨਹੀਂ ਹੁੰਦਾ। ਪਰ ਅਫਸੋਸ ਇਸ ਗੱਲ ਦਾ ਹੈ ਕਿ ਪ੍ਰਧਾਨ ਮੰਤਰੀ ਨਹੀਂ ਬੋਲ ਰਹੇ ਜੀ, ਰਾਸ਼ਟਰਪਤੀ ਚੁੱਪ ਨੇ। ਬਿਲਕੁਲ, ਮਤਲਬ ਕਿਉਂ ਐਡੀ ਵੱਡੀ ਗੱਲ ਕਹਿ ਦੇਣੀ ਕਿ ਇੱਕ ਫਿਰਕੇ ਦਾ ਤੁਸੀਂ ਕਤਲੇਆਮ ਕਰੋ? ਸਰ ਪੱਤਰਕਾਰ ਨੇ ਜਦੋਂ ਇਹ ਸਵਾਲ ਕੀਤਾ ਕਿ ਧਰਮ ਸੰਸਦ ਦੇ ਮੁੱਦੇ ਦੇ ਉੱਤੇ ਪ੍ਰਧਾਨ ਮੰਤਰੀ ਸਾਹਿਬ ਦਾ ਹਜੇ ਤੱਕ ਕੋਈ ਬਿਆਨ ਕਿਉਂ ਨਹੀਂ ਆਇਆ, ਉਹਨਾਂ ਨੇ ਇਹਦੇ ਬਾਰੇ ਕਿਉਂ ਨਹੀਂ ਕੋਈ ਗੱਲ ਕੀਤੀ, ਤਾਂ ਉਹਨਾਂ ਨੇ ਸਾਫ਼-ਸਾਫ਼ ਕਿਹਾ ਕਿ ਇਸ ਮੁੱਦੇ ਦੇ ਉੱਤੇ ਮੇਰੇ ਨਾਲ ਗੱਲ ਹੀ ਨਾ ਕੀਤੀ ਜਾਵੇ। ਕੇਸ਼ਵ ਮੌਰਿਆ ਨੇ ਜੀ, ਔਰ ਇਹ ਭੱਜ ਗਿਆ ਉੱਠ ਕੇ। ਮਤਲਬ ਇਹ ਉਹ ਬੰਦੇ ਨੇ, ਤੁਸੀਂ ਸੱਪ ਹੁੰਦਾ ਨਾ, ਉਹਦਾ ਮਤਲਬ ਜਿਹੜਾ ਉਹਦੀ ਫਿਤਰਤ ਹੈ ਜਾਂ ਵਿਵਹਾਰ ਹੈ ਉਹ ਡੰਗ ਮਾਰਨਾ, ਉਹਦੇ ਕੋਲ ਜ਼ਹਿਰ ਹੁੰਦਾ ਔਰ ਕੁਝ ਨਹੀਂ ਹੁੰਦਾ ਔਰ ਜ਼ਹਿਰ ਤੋਂ ਇਲਾਵਾ ਕੁਝ ਦੇ ਨਹੀਂ ਸਕਦਾ ਉਹ, ਔਰ ਜਿਹਦੀ ਜੋ ਫਿਤਰਤ ਹੁੰਦੀ ਉਹਦੇ ਅੰਦਰੋਂ ਸਿਰਫ ਉਹੀ ਚੀਜ਼ ਬਾਹਰ। ਇਸ ਤਰ੍ਹਾਂ ਦੇ ਬੜੇ ਸੱਪ ਨੇ, ਪਰ ਉਹ ਵੀ ਹਨ ਜਿਹੜੇ ਸੱਪਾਂ ਦੀਆਂ ਸਿਰੀਆਂ ਫੇਣਾ ਜਾਣਦੇ। ਬਿਲਕੁਲ, ਤੋਂ ਉਹਨਾਂ ਬਾਰੇ ਇਹਨਾਂ ਨੂੰ ਇਲਮ ਨਹੀਂ। ਇਹ ਸਮਝੀ ਜਾਂਦੇ ਨੇ ਕਿ ਸੱਪਾਂ ਤੇ ਸਰਬ ਸ਼ਕਤੀਮਾਨ ਆ, ਪਰ ਨਹੀਂ, ਜਿਹੜੇ ਸਿਰ ਫੇਂਦੇ ਨੇ ਉਹ ਤਾਕਤਵਰ ਹੁੰਦੇ ਨੇ ਔਰ ਬਹੁਤ ਸਾਰੇ ਹਨ ਐਸੇ। ਹੁਣ ਤੁਸੀਂ ਹਿੰਦੁਸਤਾਨ ਦੇ ਵਿੱਚ ਕੋਈ ਇੱਕ ਫਿਰਕਾ ਤਾਂ ਰਹਿੰਦਾ ਨਹੀਂ, ਕੋਈ ਇੱਕ ਧਰਮ ਦੇ ਲੋਕ ਨਹੀਂ। ਚੰਗੇ ਭਲੇ ਅਸੀਂ ਸੁਖੀ ਵਸਦੇ ਸੀ, ਕੋਈ ਮਤਲਬ ਤਫਰਕਾਤ ਨਹੀਂ ਸੀ ਕਿਤੇ ਵੀ। ਮੈਂ 2-3 ਵਾਰੀ ਮਲੇਰਕੋਟਲੇ ਗਿਆ,
ਔਰ ਸ਼ੂਟਿੰਗ ਦੇ ਸੰਬੰਧ ਵਿੱਚ ਜਦੋਂ ਦੂਰਦਰਸ਼ਨ ਦੀ ਸਰਵਿਸ ਕਰਦਾ ਸੀਗਾ ਤਾਂ ਉਸ ਵੇਲੇ ਪਹਿਲਾਂ ਮੈਨੂੰ ਐਂ ਲੱਗਦਾ ਸੀਗਾ ਕਿ ਕਿਉਂਕਿ ਮੁਸਲਮਾਨ ਬਹੁਤ ਬਹੁਲਤਾ ਵਾਲਾ ਉਹ ਇਲਾਕਾ ਹੈ ਔਰ ਮਲੇਰ ਤੇ ਕੋਟਲਾ ਇਹ ਦੋ ਅਲੱਗ-ਅਲੱਗ ਥਾਵਾਂ ਨੇ ਜੀ। ਅੱਛਾ, ਜੁੜ ਕੇ ਮਲੇਰਕੋਟਲਾ ਬਣਦਾ ਔਰ ਇਹ ਉਹੀ ਮੁਕੱਦਸ ਜ਼ਮੀਨ ਹੈ ਜਿੱਥੇ ਨਵਾਬ ਮਲੇਰਕੋਟਲਾ ਨੇ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਹਾਂ ਦਾ ਨਾਅਰਾ ਮਾਰਿਆ ਸੀ। ਠੀਕ, ਉੱਥੇ ਲੋਕ ਬੜਾ ਉਹਨਾਂ ਦਾ ਕਲਚਰ ਵੱਖਰਾ ਹੈ ਔਰ ਬੜੇ ਪਿਆਰ ਨਾਲ ਮਿਲਦੇ ਹੈ ਔਰ ਕਿਆ ਜ਼ੁਬਾਨ ਹੈ। ਇਸੇ ਤਰ੍ਹਾਂ ਹੀ ਤੁਸੀਂ ਲਖਨਊ ਚਲੇ ਜਾਓ, ਉੱਥੇ ਜਿਵੇਂ ਬੋਲਦੇ ਨੇ, ਹੈਦਰਾਬਾਦ ਚਲੇ ਜਾਓ, ਠੀਕ, ਮਤਲਬ ਪਾਕਿਸਤਾਨ ਜਦੋਂ ਲੋਕ ਜਾਂਦੇ ਨੇ ਇੱਥੋਂ ਜੱਥਿਆਂ ਦੇ ਵਿੱਚ, ਉਹ ਭਾਵੇਂ ਹਿੰਦੂ ਪਿਲਗ੍ਰਿਮਸ ਦਾ ਜੱਥਾ ਹੋਵੇ, ਤੀਰਥ ਯਾਤਰੀਆਂ ਦਾ ਜਾਂ ਸਿੱਖਾਂ ਦਾ ਹੋਵੇ, ਤਾਂ ਉਹ ਆ ਕੇ ਤਾਰੀਫਾਂ ਹੀ ਕਰੀ ਜਾਂਦੇ ਨੇ ਕਿ ਬਹੁਤ ਸਾਰੀਆਂ ਥਾਵਾਂ ਤੇ ਸਾਡੇ ਤੋਂ ਪੈਸੇ ਵੀ ਨਹੀਂ ਲੈਂਦੇ, ਜੱਫੀਆਂ ਪਾਉਂਦੇ ਨੇ, ਰੋਂਦੇ ਨੇ ਇੱਥੋਂ ਤੱਕ। ਪਰ ਰਾਜਨੀਤੀ ਕੀ ਕਰਦੀ ਹੈ? ਰਾਜਨੀਤੀ ਨੂੰ ਇਹ ਗੱਲ ਨਾਗਵਾਰ ਗੁਜ਼ਰਦੀ ਹੈ ਕਿ ਇਕੱਠੇ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ। ਜੋ ਅੰਗਰੇਜ਼ ਦੀ ਨੀਤੀ ਸੀ, ਪਾੜੋ ਤੇ ਰਾਜ ਕਰੋ, ਉਹੀ ਹਰ ਸਿਆਸੀ ਜਮਾਤ ਦੀ ਨੀਤੀ ਹੁੰਦੀ ਹੈ। ਕਿਸੇ ਦੀ ਘੱਟ ਹੁੰਦੀ ਹੈ, ਕਿਸੇ ਦੀ ਵੱਧ ਹੁੰਦੀ ਹੈ। ਜਿੱਥੋਂ ਤੱਕ ਕੁਝ ਹੋਰ ਸਿਆਸੀ ਪਾਰਟੀਆਂ ਦਾ ਸਵਾਲ ਹੈ, ਉਹਨਾਂ 'ਚ ਕਾਂਗਰਸ ਵੀ ਸ਼ਾਮਲ ਹੈ, ਇਹਨਾਂ ਨੂੰ ਅਸੀਂ ਲਿਬਰਲ ਪਾਰਟੀਜ਼ ਕਹਿੰਦੇ ਹਾਂ। ਬਹੁਤ ਥਾਵਾਂ ਦੇ ਉੱਤੇ ਇਹ ਵੀ ਮਤਲਬ ਇਸ ਤਰ੍ਹਾਂ ਧਰਮ ਦੇ ਨਾਮ ਤੇ ਆਪਣਾ ਸਿੱਕਾ ਚਲਾ ਜਾਂਦੀਆਂ ਨੇ, ਮਤਲਬ ਕੋਈ ਐਸੀ ਚਾਲ ਚੱਲ ਜਾਂਦੀਆਂ ਨੇ। ਪਰ ਜਦ ਤੋਂ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਹੋਂਦ ਵਿੱਚ ਆਈ ਹੈ ਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਨੇ, ਮੈਂ ਕਈ ਵਾਰੀ ਸਮਝਦਾ ਹੁੰਨਾ, ਕਦੇ ਮੈਨੂੰ ਲੱਗਦਾ ਕਿ ਤਾਂ ਬੜੇ ਜਜ਼ਬਾਤੀ ਨੇ ਔਰ ਉਹ ਰੋ ਵੀ ਪੈਂਦੇ ਨੇ। ਪਰ ਗੱਲ ਇਹ ਹੈ ਕਿ ਉਹਨਾਂ ਨੂੰ ਜਿਸ ਗੱਲ ਤੇ ਰੋਣ ਆਉਣਾ ਚਾਹੀਦਾ ਹੈ, ਜਿਸ ਗੱਲ ਦੇ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਵੀ ਨਹੀਂ ਭਾਈ, ਇਹ ਮੈਂ ਪ੍ਰਧਾਨ ਮੰਤਰੀ ਹਾਂ, ਮੈਂ ਨਹੀਂ ਇਹ ਟੋਲਰੇਟ ਕਰਦਾ ਔਰ ਮੈਂ ਕਤਈ ਮਤਲਬ ਇਸ ਨੂੰ ਬਰਦਾਸ਼ਤ ਨਹੀਂ ਕਰੂੰਗਾ। ਔਰ ਜੇ ਇਸ ਧਰਤੀ ਦੇ ਉੱਪਰ ਕਿਸੇ ਬੰਦੇ ਨੇ ਧਰਮ ਨੂੰ ਲੈ ਕੇ ਪਾੜਨ ਦੀ ਕਿਸੇ ਨੂੰ ਕੋਸ਼ਿਸ਼ ਕੀਤੀ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਏਗਾ। ਇਹ ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹੀਦਾ। ਔਰ ਉਹ ਮਨ ਕੀ ਬਾਤ 'ਚ ਪਤਾ ਨਹੀਂ ਕੀ ਕਹਿੰਦੇ ਰਹਿੰਦੇ ਨੇ, ਜੋ ਕਹਿਣਾ ਚਾਹੀਦਾ ਉਸ ਤੋਂ ਉਹ ਕਿਨਾਰਾ ਕਰ ਜਾਂਦੇ ਨੇ। ਸਰ, ਇੱਥੇ ਇੱਕ ਗੱਲ ਮੈਂ ਹੋਰ ਕਰੂੰਗੀ, ਜਿਵੇਂ ਦੇਖੋ ਇੱਕ ਪੱਤਰਕਾਰ ਹੁੰਦਾ ਜਦੋਂ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਬੰਦੇ ਦੀ ਇੰਟਰਵਿਊ ਲੈਣ ਜਾਂਦਾ ਤਾਂ ਅਕਸਰ ਜਿਹੜਾ ਪੋਲੀਟੀਕਲੀ ਮਤਲਬ ਐਕਸਪੀਰੀਅੰਸਡ ਬੰਦਾ ਹੋਊਗਾ, ਮੈਨੂੰ ਨਹੀਂ ਲੱਗਦਾ ਉਹਨੂੰ ਕਦੇ ਵੀ ਕੋਈ ਗੱਲ ਕਰਨ ਲੱਗਿਆ ਜਾਂ ਕਿਸੇ ਵੀ ਸਵਾਲ ਦਾ ਜਵਾਬ ਦੇਣ ਲੱਗਿਆ ਤਿਆਰੀ ਦੀ ਲੋੜ ਹੈ। ਜਿਹੜਾ ਰਾਜਨੀਤੀ ਦੇ ਵਿੱਚ ਹੈ, ਉਹ ਆਪਣੀ ਪਾਰਟੀ ਨਾਲ ਰਿਲੇਟਡ ਕੋਈ ਵੀ ਕੁਐਸਚਨ ਹੋਵੇ ਉਹਦਾ ਜਵਾਬ ਆਰਾਮ ਨਾਲ ਦੇ ਸਕਦਾ। ਇੱਥੇ ਮੈਨੂੰ ਥੋੜਾ ਜਿਹਾ ਹਾਸਾ ਇਸ ਗੱਲ ਦਾ ਆਇਆ ਕਿ ਜਦੋਂ BBC ਦੇ ਪੱਤਰਕਾਰ ਨੇ ਬਾਰ-ਬਾਰ ਉਹਨਾਂ ਨੂੰ ਧਰਮ ਸੰਸਦ ਦੇ ਸਵਾਲ ਕੀਤੇ ਤੇ ਉਹਨਾਂ ਨੇ ਇਹ ਕਿਹਾ ਕਿ ਜੇਕਰ ਤੂੰ ਮੈਨੂੰ ਪਹਿਲਾਂ ਦੱਸਿਆ ਹੁੰਦਾ ਕਿ ਤੂੰ ਇਹਦੇ ਬਾਰੇ ਮੇਰੇ ਨਾਲ ਗੱਲ ਕਰਨੀ, ਮੈਂ ਤਿਆਰੀ ਕਰਕੇ ਆਉਂਦਾ। ਸੋ ਸਵਾਲ ਇਹ ਖੜਾ ਹੁੰਦਾ ਹੈ ਕਿ ਇਹੋ ਜਿਹੇ ਮੁੱਦੇ ਦੇ ਉੱਤੇ ਤੁਹਾਨੂੰ ਤਿਆਰੀ ਕਰਨ ਦੀ ਲੋੜ ਹੈ। ਦੇਖੋ ਮੇਰੀ ਗੱਲ ਸੁਣੋ, ਜੇ ਹੁਣ ਤੁਸੀਂ ਗਿੱਦੜ ਨਾਲ ਇੰਟਰਵਿਊ ਕਰੋ, ਉਹ ਹੁਣ ਸ਼ੇਰ ਦੀ ਗੱਲ ਥੋੜੀ ਕਰੂਗਾ, ਉਹ ਤਾਂ ਗਿੱਦੜਾਂ ਦੀ ਗੱਲ ਕਰੂਗਾ ਔਰ ਉਹਨੂੰ ਗਿੱਦੜਾਂ ਦੀ ਗੱਲ ਹੀ ਸਮਝ ਆਊਗੀ, ਸ਼ੇਰ ਦੀ ਗੱਲ ਉਹਨੂੰ ਸਮਝ ਨਹੀਂ ਆ ਸਕਦੀ। ਸੱਪ ਨਾਲ ਗੱਲ ਕਰੋਗੇ ਉਹਨੂੰ ਸੱਪ ਦੀ ਗੱਲ ਹੀ ਸਮਝ ਆਊਗੀ, ਕਿਉਂਕਿ ਉਹਦੇ ਤਸੱਵੁਰ ਦੇ ਵਿੱਚ ਹੋਰ ਕੋਈ ਚੀਜ਼ ਹੈ ਹੀ ਨਹੀਂ, ਹੈ ਨਾ। ਤਾਂ ਜ਼ਹਿਰ ਦੀ ਗੱਲ ਕਰੂਗਾ, ਡੰਗ ਦੀ ਗੱਲ ਕਰੂਗਾ। ਤਾਂ ਇਸ ਕਰਕੇ ਹੁਣ ਜੇ ਆਪਾਂ ਸੱਪ ਨੂੰ ਕਹੇ ਵੀ ਤੂੰ ਨਿਓਲੇ ਦੀ ਗੱਲ ਕਰਨੀ ਹੈ, ਉਹ ਫਿਰ ਇਹੀ ਕਹੂਗਾ ਨਾ ਵੀ ਮੈਂ ਤਿਆਰੀ ਕਰਕੇ ਆਉਂਗਾ, ਮੈਂ ਲਿਖ ਲੈਂਦਾ, ਮੈਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਸੀ ਜੀ। ਇਹਦੇ ਨਾਲ ਹੀ ਸਰ ਹੁਣ ਅਗਲੀ ਗੱਲ ਕਰਾਂਗੇ। ਪੰਜਾਬ ਦੇ ਵਿੱਚ ਕਿਸਾਨੀ ਜਥੇਬੰਦੀਆਂ ਨੂੰ ਲੈ ਕੇ BKU ਉਗਰਾਹਾ ਦੇ ਵੱਲੋਂ ਕੱਲ ਤੱਕ ਤਾਂ ਉਹਨਾਂ ਨੇ ਇਹ ਕਿਹਾ ਸੀਗਾ ਕਿ ਅਸੀਂ ਇਹਨਾਂ ਤੋਂ ਵੱਖਰੇ ਹਾਂ, ਜਿਹੜੀਆਂ ਜਥੇਬੰਦੀਆਂ ਚੋਣ ਲੜਨਗੀਆਂ ਉਹਨਾਂ ਤੋਂ ਅਸੀਂ ਵੱਖਰੇ ਹਾਂ। ਅੱਜ ਉਹਨਾਂ ਨੇ ਇਹ ਕਿਹਾ ਕਿ ਅਸੀਂ ਚੋਣਾਂ ਦਾ ਬਾਈਕਾਟ ਨਹੀਂ ਕਰ ਰਹੇ, ਪਰ ਚੋਣਾਂ ਦੇ ਦੌਰਾਨ ਸਾਡੀ ਜਿਹੜੀ ਜਥੇਬੰਦੀ ਉਹ ਨਿਰਲੇਪ ਰਹੇਗੀ। ਨਿਰਲੇਪ ਦਾ ਮਤਲਬ ਉਹਨਾਂ ਨੇ ਸਾਫ਼-ਸਾਫ਼ ਇਹ ਕਿਹਾ ਕਿ ਸਾਡਾ ਕੋਈ ਵੀ ਵਿਅਕਤੀ ਜਿਹੜਾ ਹੈ ਨਾ ਤਾਂ ਕਿਸੇ ਵੀ ਤਰ੍ਹਾਂ ਦਾ ਉਮੀਦਵਾਰ ਬਣ ਕੇ ਕਿਸੇ ਬਲਾਕ 'ਚ ਕਿਸੇ ਸੂਬਾ ਪੱਧਰ ਤੇ ਖੜਾ ਹੋਊਗਾ ਤੇ ਨਾ ਹੀ ਕਿਸੇ ਹੋਰ ਉਮੀਦਵਾਰ ਨੂੰ ਜਿਹੜਾ ਹੈ ਸਹਿਮਤੀ ਦਊਗਾ। ਹੁਣ ਸਵਾਲ ਮੈਂ ਤੁਹਾਨੂੰ ਇਹ ਪੁੱਛੂੰਗੀ, ਲੋਕਤੰਤਰ ਦੀ ਸਰਕਾਰ ਹੈ, ਲੋਕਾਂ ਦੀ ਸਰਕਾਰ ਹੈ, ਤੇ ਲੋਕਾਂ ਦੀ ਸਰਕਾਰ ਦੇ ਵਿੱਚ ਇਦਾਂ ਕਿਵੇਂ ਹੋ ਸਕਦਾ? ਮਤਲਬ ਉਹਦਾ ਮਤਲਬ ਇਹ ਹੈ ਕਹਿਣ ਦਾ ਵੀ ਨਾ ਤਾਂ ਅਸੀਂ ਆਪ ਖੜੇ ਹੋਵਾਂਗੇ ਨਾ ਕਿਸੇ ਨੂੰ ਖੜੇ ਹੋਣ ਦੇਵਾਂਗੇ, ਜਿਹੜਾ ਖੜਾ ਹੋਊਗਾ ਉਹਦੀਆਂ ਲੱਤਾਂ ਖਿੱਚਾਂਗੇ, ਹੈ ਨਾ। ਦੇਖੋ ਇਹਨਾਂ ਦਾ ਇਹ ਜਿਹੜਾ ਹੋਰ ਬਿਆਨ ਹੈ ਤੁਹਾਨੂੰ ਵਿਸਤ੍ਰਿਤ ਤਰੀਕੇ ਨਾਲ ਦੱਸ ਦਿਆਂ। ਇਹ ਕਹਿੰਦੇ ਜਿਹੜੀ ਸੰਵਿਧਾਨਕ ਪ੍ਰਕਿਰਿਆ ਹੈ ਜਾਂ ਦੇਸ਼ ਦਾ ਸੰਵਿਧਾਨ ਹੈ ਜਾਂ ਸੰਸਦ ਹੈ, ਵਿਧਾਨ ਸਭਾਵਾਂ ਨੇ, ਇਹਨਾਂ ਦਾ ਕੋਈ ਅਰਥ ਨਹੀਂ ਗਾ। ਠੀਕ ਹੈ, ਮਤਲਬ ਇਹਦੇ ਨਾਲ ਕੋਈ ਪਰਪਸ ਸਰਵ ਨਹੀਂ ਹੁੰਦਾ ਔਰ ਲੋਕਾਂ ਦਾ ਇਹਦੇ ਨਾਲ ਕੋਈ ਭਲਾ ਨਹੀਂ ਹੁੰਦਾ। ਇਹ ਸੰਸਥਾਵਾਂ ਨੇ ਜਿਹੜੀਆਂ ਇਹ ਬੋਦੀਆਂ ਹੋ ਚੁੱਕੀਆਂ ਨੇ, ਬਈਆਂ ਹੋ ਚੁੱਕੀਆਂ ਨੇ। ਤੋ ਇਸ ਕਰਕੇ ਆ ਵੋਟਾਂ ਦੀ ਜਿਹੜੀ ਰਾਜਨੀਤੀ ਹੈ, ਮਤਲਬ ਇਹ ਗਲਤ ਹੈ, ਸਿਸਟਮ ਇੱਕ ਬੇਹਾ ਸਿਸਟਮ ਹੈ। ਹੁਣ ਇਹ ਕਹਿੰਦੇ ਵੀ ਸਾਨੂੰ ਕੀ ਚਾਹੀਦਾ, ਵੀ ਸਾਨੂੰ ਸਿਸਟਮ ਨੂੰ ਬਦਲਣ ਵਾਸਤੇ ਅੰਦੋਲਨ ਕਰਨਾ ਚਾਹੀਦਾ। ਪਰ ਲੋਕਤੰਤਰ ਕੀ ਹੈ? ਲੋਕਤਾਂਤਰਿਕ ਵਿਵਸਥਾ ਦਾ ਆਧਾਰ ਹੈ ਵੋਟ ਪ੍ਰਣਾਲੀ। ਬਿਲਕੁਲ, ਅਸੀਂ ਆਪਣੇ ਨੁਮਾਇੰਦੇ ਚੁਣਦੇ ਹਾਂ, ਪਰ ਕਿਸੇ ਨੇ ਸਾਡੀ ਧੌਣ ਤੇ ਗੋਡਾ ਨਹੀਂ ਰੱਖਿਆ ਹੁੰਦਾ ਵੀ ਤੁਸੀਂ ਗੁਰਦਾਰਾ ਸਿੰਘ ਨੂੰ ਚੁਣੋ, ਬਿਲਕੁਲ, ਜਾਂ ਨਾਜਰ ਸਿੰਘ ਨੂੰ ਵੋਟ ਪਾਓ। ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ। ਬਹੁਤੀ ਗੱਲ ਹੈਗੀ ਤੁਹਾਨੂੰ ਕੋਈ ਪਸੰਦ ਨਹੀਂ ਗਾ,
ਹਨਾ, ਤਾਂ ਤੁਸੀਂ ਨਾ ਪਾਓ। ਔਰ ਬਹੁਤ ਲੋਕ ਇਦਾਂ ਦੇ ਹੈਗੇ ਵੀ ਨੇ ਜਿਹੜੇ ਕਹਿਣਗੇ ਅਸੀਂ ਕਿਸੇ ਨੂੰ ਵੋਟ ਨਹੀਂ ਅਸੀਂ ਕਿਸੇ ਨੂੰ, ਇਹ ਸਾਰੇ ਦਾਗੀ ਨੇ। ਹੂੰ ਜਦੋਂ ਲੋਕਾਂ ਦੇ ਵਿੱਚ ਵਿਆਪਕ ਚੇਤਨਤਾ ਆ ਜਾਵੇਗੀ ਹੂੰ ਤੇ ਲੋਕਾਂ ਨੂੰ ਤੁਸੀਂ ਪ੍ਰਿਪੇਅਰ ਕਰੋਗੇ ਹੂੰ ਕਿ ਦੇਖੋ ਇਹ ਬੰਦਾ ਉਹ 100% ਮਾੜਾ, ਹੂੰ ਇਹ 64% ਮਾੜਾ, ਹੂੰ ਤੇ ਆ 22% ਮਾੜਾ, ਹੂੰ ਤੇ ਆਪਾਂ ਕਿਉਂ ਨਾ 22% ਵਾਲੇ ਨੂੰ ਵੋਟ ਪਾਈਏ ਤੇ ਕੋਸ਼ਿਸ਼ ਕਰੀਏ ਕਿ 22% ਵਾਲੇ ਨੂੰ ਆਪਾਂ ਇੰਨਾ ਕੁ ਮਜਬੂਰ ਕਰ ਦਈਏ ਕਿ ਭਾਈ ਤੂੰ 100% ਚੰਗਾ ਹੋ। ਹੂੰ ਹਨਾ, ਇਹ ਕਦੋਂ ਹੋਏਗਾ? ਇਹ ਉਦੋਂ ਹੋਏਗਾ ਜਦੋਂ ਵਿਦਿਆ ਦਾ ਪਸਾਰ ਹੋਏਗਾ, ਜਦੋਂ ਅੰਧ ਵਿਸ਼ਵਾਸ ਗਰਕ ਹੋ ਜਾਏਗਾ, ਖਤਮ ਹੋ ਜਾਏਗਾ। ਠੀਕ ਹੈ। ਬਿਲਕੁਲ। ਹੁਣ ਉਗਰਾਹਾਂ ਜੀ ਇੱਕ ਹੋਰ ਗੱਲ ਕਹਿ ਗਏ ਪਹਿਲਾਂ ਹੂੰ ਕਿ ਜੀ ਭਾਜਪਾ ਨੇ ਜੋ ਵੀ ਆ ਸਾਡੀਆਂ ਮੰਗਾਂ ਮੰਨ ਲਈਆਂ, ਜੀ ਅਸੀਂ ਭਾਜਪਾ ਦਾ ਵਿਰੋਧ ਨਹੀਂ ਕਰਾਂਗੇ, ਹੂੰ ਭਾਜਪਾ ਆਗੂਆਂ ਦਾ ਵਿਰੋਧ ਨਹੀਂ ਕਰਾਂਗੇ। ਇਹ ਬਿਆਨ ਵੀ ਇਹਨਾਂ ਦਾ ਬੜੀ ਅਹਿਮੀਅਤ ਰੱਖਦਾ। ਹੂੰ ਭਾਜਪਾ ਦਾ ਕਿਉਂ ਵਿਰੋਧ ਨਹੀਂ ਕਰੋਗੇ? ਉਹ 750 ਬੰਦੇ ਸ਼ਹੀਦ ਹੋ ਗਏ ਜੀ ਔਰ 750 ਘਰਾਂ ਦੇ ਵਿੱਚ ਹਨੇਰਾ ਹੋ ਗਿਆ, ਬਿਲਕੁਲ। ਉਹਨਾਂ ਦੇ ਸੰਬੰਧ ਵਿੱਚ ਤੁਸੀਂ ਕੋਈ ਬਿਆਨ ਨਹੀਂ ਦਿੰਦੇ। ਹੂੰ ਔਰ ਪ੍ਰਾਪਤੀ ਕੀ ਹੈ ਤੁਹਾਡੀ? ਤੁਸੀਂ 3 ਖੇਤੀ ਕਾਨੂੰਨ ਰੱਦ ਕਰਵਾਏ ਆ, MSP ਦੀ ਗਰੰਟੀ ਤੁਹਾਨੂੰ ਅਜੇ ਤੱਕ ਮਿਲੀ, ਕਮੇਟੀ ਗਠਿਤ ਅਜੇ ਤੱਕ ਨਹੀਂ ਹੋਈ, ਹੋਰ ਜਿਹੜੀਆਂ ਮੰਗਾਂ ਨੇ ਉਹਨਾਂ ਤੇ ਕੋਈ ਅਮਲ ਦਰਾਮਦ ਨਹੀਂ ਹੋਇਆ, ਤੇ ਤੁਸੀਂ ਕਾਹਦੀਆਂ ਮਤਲਬ ਬਾਚੀਆਂ ਪਾਉਂਦੇ ਫਿਰਦੇ ਹੋ। ਜੀ ਬਿਲਕੁਲ। ਦੂਸਰੀ ਅਹਿਮ ਗੱਲ ਇਹ ਹੈ ਕਿ ਜਦੋਂ ਤੁਸੀਂ ਇਹ ਕਹਿੰਦੇ ਅਸੀਂ ਭਾਜਪਾ ਦਾ ਵਿਰੋਧ ਨਹੀਂ ਕਰਾਂਗੇ, ਕਿਤੇ ਇਹ ਤਾਂ ਨਹੀਂ ਅੰਦਰ ਖਾਤੇ ਭਾਜਪਾ ਨਾਲ ਕੋਈ ਸਮਝੌਤਾ ਹੋਇਆ? ਹੂੰ ਇਹ ਗੱਲ ਤੋਂ ਇਸ ਗੱਲ ਦੀ ਬੂ ਆ ਰਹੀ ਹੈ, ਹੂੰ ਕਿਉਂਕਿ ਜੇ ਕਿਸਾਨ ਹੀ ਇੱਕ ਮੰਚ ਤੇ ਇਕੱਠੇ ਨਹੀਂ ਹੋ ਸਕਦੇ ਹੂੰ ਤਾਂ ਫਿਰ ਕੱਲ ਨੂੰ ਜਦੋਂ ਇਹ ਕੋਈ ਅੰਦੋਲਨ ਦੀ ਗੱਲ ਹੋਏਗੀ ਜੀ ਤਾਂ ਫਿਰ ਬਲਬੀਰ ਸਿੰਘ ਰਾਜੇਵਾਲ ਹੋਰੀ ਕਹਿਣਗੇ ਕਿ ਭਾਈ ਅਸੀਂ ਤੇਰੇ ਨਾਲ ਕਿਉਂ ਤੁਰੀਏ, ਕਿਉਂ ਤੁਰੀ? ਜਦੋਂ ਸਾਨੂੰ ਲੋੜ ਸੀ ਉਦੋਂ ਤੱਕ ਤੂੰ ਤੁਰਿਆ ਨਹੀਂਗਾ। ਜੀ ਫਿਰ ਇੱਕ ਹੋਰ ਗੱਲ ਹੈ, ਜੇ ਤੁਸੀਂ ਰਵਾਇਤੀ ਸਿਆਸੀ ਪਾਰਟੀਆਂ ਨੂੰ ਹੀ ਵੋਟਾਂ ਪਾਉਣੀਆਂ ਨੇ, ਹੂੰ ਜਿਹੜੇ ਤੁਹਾਨੂੰ ਹੁਣ ਤੱਕ ਲੁੱਟਦੇ ਕੁੱਟਦੇ ਆਏ ਨੇ, ਹੂੰ ਤਾਂ ਫਿਰ ਅਰਥ ਕੀ ਹੈ? ਜਾਂ ਤਾਂ ਤੁਸੀਂ ਇਹ ਕਹੋ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਂਦੇ, ਅਸੀਂ ਵੋਟ ਪਾਉਣ ਵੀ ਨਹੀਂ ਦਿੰਦੇ ਕਿਸੇ ਨੂੰ, ਔਰ ਅਸੀਂ ਕਿਸੇ ਰਾਜਨੀਤਿਕ ਆਗੂ ਨੂੰ ਪਿੰਡ 'ਚ ਨਹੀਂ ਵੜਨ ਦੇਵਾਂਗੇ, ਤਾਂ ਕੋਈ ਗੱਲ ਸਮਝ ਆਉਂਦੀ ਹੈ? ਹੂੰ ਤੁਸੀਂ ਕਹਿ ਰਹੇ ਹੋ ਕਿ ਭਾਜਪਾ ਨੇ ਕਾਨੂੰਨ ਰੱਦ ਕਰਤੇ, ਉਹ ਰੱਦ ਤਾਂ ਕਰਤੇ ਭਾਈ, ਉਹਨਾਂ ਨੇ ਨਾਲ ਇਹ ਵੀ ਕਹਿਤਾ ਨਾ, ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ, ਸਾਕਸ਼ੀ ਮਹਾਰਾਜ ਨੇ ਤੇ ਰਾਜਸਥਾਨ ਦੇ ਗਵਰਨਰ ਨੇ, ਕਿ ਜੇ ਅਸੀਂ ਇਹ ਬਿੱਲ ਜਾਂ ਕਾਨੂੰਨ ਰੱਦ ਕੀਤੇ ਨੇ ਤੇ ਮੁੜ ਵੀ ਹੋਂਦ ਚ ਆ ਸਕਦੇ ਨੇ, ਆ ਸਕਦੇ ਨੇ, ਆਪਣਾ ਨਵਾਂ ਰੂਪ ਲੈ ਕੇ ਆ ਸਕਦੇ ਨੇ। ਹਾਂ, ਔਰ ਖੇਤੀਬਾੜੀ ਮੰਤਰੀ ਨੇ ਇਹ ਵੀ ਇਸ਼ਾਰਾ ਕੀਤਾ ਕਿ ਜੇ ਇੱਕ ਕਦਮ ਪਿੱਛੇ ਹਟੇ ਆ ਤੇ 2 ਕਦਮ ਗਾਂਹ ਨੂੰ ਵੀ ਜਾ ਸਕਦੇ ਆ। ਤਾਂ ਇਹ ਗੱਲ ਵੀ ਦਿਮਾਗ 'ਚ ਰੱਖਣੀ ਚਾਹੀਦੀ ਹੈ। ਔਰ ਸਭ ਤੋਂ ਅਹਿਮ ਗੱਲ ਇਹ ਦਿਮਾਗ 'ਚ ਰੱਖਣੀ ਚਾਹੀਦੀ ਹੈ ਕਿ ਜਿਹੜੀ ਸਰਕਾਰ ਨੂੰ ਕਾਰਪੋਰੇਟ ਘਰਾਣਿਆਂ ਨੇ ਬਣਾਇਆ, ਉਹ ਕਾਰਪੋਰੇਟ ਘਰਾਣਿਆਂ ਦੇ ਹਿੱਤ ਕਦੇ ਅਣਗੌਲਿਆ ਨਹੀਂ ਕਰੇਗੀ, ਔਰ ਇਹ ਪੱਥਰ ਤੇ ਲਕੀਰ ਹੈ, ਅੱਜ ਨਹੀਂ ਤਾਂ ਕੱਲ ਇਹ ਨਤੀਜਾ ਤੁਹਾਡੇ ਸਾਹਮਣੇ ਆ ਜਾਏਗਾ। ਸੱਚ ਜਿਹੜਾ ਹੈ ਉਹ ਇਹੀ ਹੈ ਕਿ ਜੋ ਮਰਜ਼ੀ ਹੋ ਜੇ, ਵਿੰਗਵਾਲ ਪਾ ਕੇ ਉਹ ਕਾਨੂੰਨ ਨੇ ਜਿਹੜੇ ਉਹ ਨਵੀਂ ਸ਼ਕਲ ਅਖਤਿਆਰ ਕਰਕੇ ਸਾਹਮਣੇ ਆਉਣਗੇ। ਜੀ ਬਿਲਕੁਲ। ਔਰ MSP ਦੇ ਗਾਰੰਟੀ ਦਾ ਤੁਸੀਂ ਜ਼ੋਰ ਲਾ ਲਿਓ, ਇਹ ਮਿਲ ਨਹੀਂ ਲੱਗੀ ਜੀ। ਇਹਦੇ ਨਾਲ ਹੀ ਸਰ ਜਿੱਦਾਂ ਤੁਸੀਂ ਗੱਲ ਕੀਤੀ ਕਿ ਬਦਲਾਵ ਤਾਂ ਹੀ ਆਊਗਾ ਜਾਂ ਸਿਸਟਮ ਉਦੋਂ ਬਦਲੂਗਾ ਜਦੋਂ ਵਿਦਿਆ ਦਾ ਪਸਾਰਾ ਹੋਊਗਾ ਤੇ ਅੰਧ ਵਿਸ਼ਵਾਸ ਖਤਮ ਹੋਊਗਾ। ਬਹੁਤ ਵੱਡੀ ਤੁਸੀਂ ਗੱਲ ਕਹੀ ਹੈ। ਇੱਥੋਂ ਹੀ ਮੈਂ ਇੱਕ ਟੌਪਿਕ ਇਹ ਚੱਕੂੰਗੀ, ਅੰਧ ਵਿਸ਼ਵਾਸ ਕਿੱਦਾਂ ਖਤਮ ਹੋ ਜਾਏ। ਜਦੋਂ ਚੋਣਾਂ ਨਜ਼ਦੀਕ ਆਉਂਦੀਆਂ ਨੇ ਤੇ ਹੁਣ 2 ਦਿਨ ਪਹਿਲਾਂ ਦੀ ਅਸੀਂ ਅਖਬਾਰ 'ਚ ਖਬਰ ਪੜ੍ਹ ਕੇ ਹਟਿਆ ਕਿ ਭਾਜਪਾ ਦੇ ਕੁਝ ਆਗੂ ਜਿਹੜੇ ਨੇ ਡੇਰਾ ਸਿਰਸਾ ਦੇ ਧਾਰਮਿਕ ਸਮਾਗਮ ਦੇ ਵਿੱਚ ਚਲੇ ਗਏ। ਉਹਨਾਂ ਨੇ ਉੱਥੇ ਜਾ ਕੇ ਕਿਹਾ ਜੀ ਅਸੀਂ ਰਾਜਨੀਤੀ ਕਰਨ ਨਹੀਂ ਆਏ, ਸਿਰਫ ਧਾਰਮਿਕ ਸਮਾਗਮ ਦੇ ਵਿੱਚ ਸ਼ਾਮਲ ਹੋਣ ਆਏ ਆ। ਬਈ ਚੋਣਾਂ ਦੇ ਲਾਗੇ ਹੀ ਤੁਹਾਨੂੰ ਸਾਰੇ ਡੇਰੇ ਯਾਦ ਆ ਜਾਂਦੇ ਨੇ। ਸੋ ਕਿਵੇਂ ਜੇਕਰ ਆਗੂ ਹੀ ਕਿਸੇ ਵੀ ਪਾਰਟੀ ਦਾ ਹੋਵੇ, ਆਪਾਂ ਇਕੱਲੀ ਭਾਜਪਾ ਦੀ ਗੱਲ ਨਹੀਂ ਕਰ ਰਹੇ, ਹੋਰ ਵੀ ਬਹੁਤ ਸਾਰੇ ਇਦਾਂ ਦੇ ਆਪਾਂ ਕੋਲ ਉਦਾਹਰਨ ਹੈਗੇ ਨੇ ਜਿਹੜੇ ਵੱਖੋ ਵੱਖ ਡੇਰਿਆਂ 'ਚ ਜਾਣਾ ਸ਼ੁਰੂ ਹੋ ਜਾਂਦੇ ਨੇ। ਤੇ ਆਮ ਜਨਤਾ ਜਿਹੜੀ ਕਿ ਅਨਪੜ੍ਹ ਆ, ਜਿਹਦੇ ਅੰਦਰ ਹਜੇ ਜਾਗਰਤੀ ਹੈ ਨਹੀਂ, ਉਹ ਤਾਂ ਮਗਰ ਲੱਗੂਗੀ। ਅੰਧ ਵਿਸ਼ਵਾਸ ਕਿੱਦਾਂ ਖਤਮ ਹੋ ਜਾਊਗਾ? ਦੇਖੋ, ਡੇਰੇ ਅੰਧ ਵਿਸ਼ਵਾਸ ਦਾ ਪੁਖਤਾ ਪ੍ਰਮਾਣ ਨੇ। ਡੇਰਿਆਂ ਦਾ ਮਤਲਬ ਹੈ ਕਿ ਅੰਧ ਵਿਸ਼ਵਾਸ ਦਾ ਪੱਧਰ ਕੀ ਆ। ਮੈਂ ਬਹੁਤ ਸਾਰੇ ਜਦੋਂ ਘਰਾਂ 'ਚ ਜਾਣਾ ਤਾਂ ਹਰ ਘਰ ਦੇ ਵਿੱਚ ਨਾ ਇੱਕ ਹੋਰ ਹੀ ਫੋਟੋ ਜੀ ਲੱਗੀ ਹੁੰਦੀ। ਬਿਲਕੁਲ। ਤਾਂ ਪੁੱਛਦੇ ਕੌਣ ਨੇ? ਇਹ ਜੀ ਸਾਡੇ ਬਾਬਾ ਜੀ ਨੇ ਧੂਰੀ ਵਾਲੇ। ਕੋਈ ਕਹਿੰਦਾ ਇਹ ਸੰਗਤ ਵਾਲੇ ਬਾਬਾ ਜੀ ਨੇ, ਕੋਈ ਕਹਿੰਦਾ ਰੂਮੀ ਵਾਲੇ ਬਾਬਾ ਜੀ ਨੇ, ਹਨਾ, ਕੋਈ ਕਹਿੰਦੇ ਜੀ ਇਹ ਬੱਲਾਂ ਵਾਲੇ ਬਾਬਾ ਜੀ ਨੇ। ਮਤਲਬ ਕਈ ਤਰ੍ਹਾਂ ਦੇ ਘਰਾਂ ਦੇ ਵਿੱਚ ਵੱਖੋ ਵੱਖ ਤਰ੍ਹਾਂ ਦੇ ਤੁਹਾਨੂੰ ਬਾਬੇ। ਕੋਈ ਕਹਿੰਦਾ ਵੀ ਇਹ ਜੀ ਬੱਕਰੀਆਂ ਵਾਲੇ ਸਾਧ ਨੇ, ਕੋਈ ਕਹਿੰਦੇ ਇਹ ਘੱਗਰੀਆਂ ਵਾਲੇ ਸਾਧ ਨੇ, ਕੋਈ ਕਹਿੰਦੇ ਟੱਪਰੀਆਂ ਵਾਲੇ ਸਾਧ ਨੇ। ਸਾਧਾਂ ਦੀ ਗਿਣਤੀ ਕੋਈ ਨਹੀਂ। ਦੁਆਬੇ ਦੇ ਵਿੱਚ ਨਾ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ, 1 ਕਿਲੋਮੀਟਰ ਤੋਂ ਬਾਅਦ ਨਾ ਦੁਆਬੇ ਦਾ ਇੱਕ ਵੱਖਰਾ ਕਲਚਰ ਹੈ। ਇੱਥੇ ਇੱਕ ਸਮਾਧ ਮਿਲੇਗੀ ਤੁਹਾਨੂੰ, ਉੱਥੇ ਲਿਖਿਆ ਹੋਊਗਾ 9 ਗਜਾ ਪੀਰ, ਫਲਾਨਾ ਗਜਾ ਪੀਰ, ਪਤਾ ਨਹੀਂ 10 ਗਜਾ ਪੀਰ। ਉਹ ਪੀਰਾਂ ਦੇ ਵੀ ਮਤਲਬ ਜਿਹੜੇ ਕੱਦ ਕਾਠ ਨੇ ਉਹ ਗਜਾਂ ਦੇ ਹਿਸਾਬ ਨਾਲ ਨੇ। ਕੋਈ 12 ਗਜਾ ਪੀਰ, ਕੋਈ 35 ਗਜਾ ਪੀਰ, ਹਨਾ। ਤਾਂ ਜਲੰਧਰ ਦੀ ਇੱਕ ਐਗਜ਼ਾਮਪਲ ਹੈ। ਇੱਥੇ 2 ਬਹੁਤ ਵੱਡੀਆਂ ਮਤਲਬ ਮਾਨਤਾ ਪ੍ਰਾਪਤ ਇੱਕ ਇਸ ਤਰ੍ਹਾਂ ਦੇ ਕਬਰਾਂ ਸੀਗੀਆਂ। ਤੋਂ ਉੱਤੇ ਉਹਨਾਂ ਦੇ ਚਾਦਰਾਂ ਜਿਹੀਆਂ ਪਾਈਆਂ ਹੁੰਦੀਆਂ ਔਰ ਲੋਕ ਉੱਥੇ ਬੜੀ ਭੀੜ ਮਤਲਬ ਜੁੜਤੀ। ਇੱਕ ਤਾਂ ਬਿਲਕੁਲ ਨਕੋਦਰ ਚੌਂਕ 'ਚ ਸੀ ਔਰ ਇੱਕ
ਸੀਗੀ ਆਪਣੇ ਜਿੱਥੇ ਉਹ ਵੱਡਾ ਸਾਰਾ ਗੁਰਦੁਆਰਾ ਬਣਿਆ ਹੋਇਆ ਹੈ, ਤਾਂ ਉੱਥੇ ਸੀ, ਤੇ ਇੱਕ ਬਿਲਕੁਲ ਸ਼ਹਿਰ ਦੇ ਅੰਦਰ ਸੀ, ਇੱਕ ਕੋਠੀ ਦੇ ਬਿਲਕੁਲ ਸਾਹਮਣੇ, ਉੱਥੇ ਬੜਾ ਵੱਡਾ ਮੇਲਾ ਲੱਗਦਾ, ਲਾਈਨਾਂ ਵੱਡੀਆਂ ਵੱਡੀਆਂ ਲੱਗਦੀਆਂ ਸੀ। ਪਰ ਜਦੋਂ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਵੀ ਉਹ ਕੋਠੀ ਵਾਲੇ ਬੜੇ ਤੰਗ ਹੋ ਗਏ, ਯਾਰ ਸਾਡੇ ਘਰ ਦੇ ਮੂਹਰੇ ਹੀ ਬਣਾਈ ਬੈਠੇ ਕਬਰ ਜੀ ਇਹ, ਤਾਂ ਉਹਨਾਂ ਦੇ ਕੋਈ ਰਿਸ਼ਤੇਦਾਰ ਡਿਪਟੀ ਕਮਿਸ਼ਨਰ ਆਇਆ, ਉਹਨੇ ਰਾਤ ਨੂੰ ਕਰਫਿਊ ਲਾ ਕੇ ਸਾਰਾ ਕੁਝ ਚੁਕਾਤਾ, ਉਹਨਾਂ ਦੇ ਥੱਲੇੋਂ ਕੱਖ ਨਹੀਂ ਨਿਕਲਿਆ। ਹੁਣ ਵਿਗਿਆਨਕ ਯੁੱਗ ਦੇ ਵਿੱਚ ਸਾਡੀ ਸੋਚ ਇਹ ਹੈ ਕਿ ਅਸੀਂ ਡੇਰਿਆਂ ਚੋਂ ਕੀ ਲੱਭਦੇ ਹਾਂ ਕਿ ਸਵਰਗ ਮਿਲੇਗਾ, ਔਰ ਉਸ ਸਵਰਗ ਦੀ ਸਾਨੂੰ ਗਰੰਟੀ ਦਿੰਦੇ ਆ ਵੀ ਤੁਹਾਨੂੰ ਸਵਰਗ ਮਿਲੂਗਾ ਇੱਥੇ ਜੇ ਆਉਂਗੇ, ਹਨਾ। ਪਹਿਲੀ ਗੱਲ ਤਾਂ ਇਹ ਹੈ ਕਿ ਜੇ ਆਹ ਜ਼ਿੰਦਗੀ ਨਰਕ ਹੈ ਤਾਂ ਫਿਰ ਉਹ ਜ਼ਿੰਦਗੀ ਸਵਰਗ ਕਿਵੇਂ ਹੋ ਜਾਊਗੀ? ਇਹਨੂੰ ਤਾਂ ਅਸੀਂ ਕਦੇ ਕੋਸ਼ਿਸ਼ ਨਹੀਂ ਕਰਦੇ ਸਵਰਗ ਬਣਾਉਣ ਦੀ, ਹਨਾ। ਤੇ ਇਹਨਾਂ ਬੂਬਨਿਆਂ ਦੇ ਪਿੱਛੇ ਅਸੀਂ ਲੱਗੇ ਫਿਰਦੇ ਹਾਂ। ਔਰ ਚੰਗੇ ਭਲੇ ਬੰਦੇ, ਕੋਈ ਕਹਿੰਦਾ ਜੀ ਮੈਂ ਮਤਲਬ ਗਾਇਤਰੀ ਮੰਤਰ ਦਾ ਪਾਠ ਕਰਾਉਣ ਗਿਆ ਸੀ ਉੱਥੇ, ਕੋਈ ਕਹਿੰਦਾ ਮੈਂ ਬਗਲਾ ਮੁਖੀ ਦਾ ਪਾਠ ਕਰਾਉਣ ਚੱਲੇ ਆ। ਹੁਣ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਤੁਸੀਂ ਇਹ ਸਾਰਾ ਕੁਝ ਕਾਹਦੇ ਵਾਸਤੇ ਕਰਦੇ ਹੋ, ਜਿੰਨੀ ਦੇਰ ਤੱਕ ਤੁਸੀਂ ਇੱਥੇ ਲੋਕਾਂ ਦੀ ਜ਼ਿੰਦਗੀ ਬਿਹਤਰ ਨਹੀਂ ਬਣਾ ਸਕਦੇ, ਆਪਣੀ ਜ਼ਿੰਦਗੀ ਖੁਸ਼ਨੁਮਾ ਨਹੀਂ ਬਣਾ ਸਕਦੇ, ਤਾਂ ਫਿਰ ਇਸ ਜ਼ਿੰਦਗੀ ਦਾ ਫਾਇਦਾ ਕੀ? ਇੱਥੇ ਸਰ ਤੁਹਾਨੂੰ ਮੈਂ ਇੱਕ ਹੋਰ ਗੱਲ ਕਰੂੰਗੀ। ਮੈਨੂੰ ਨਾ ਇਹਨਾਂ ਤੋਂ ਇੱਕ ਗੱਲ ਅੱਜ ਤੱਕ ਇਹ ਸਮਝ ਨਹੀਂ ਆਈ, ਚਾਹੇ ਤੁਸੀਂ ਕਿਸੇ ਵੀ ਡੇਰੇ ਨਾਲ ਜੁੜੇ ਆ, ਕਿਸੇ ਵੀ ਬਾਬੇ ਨਾਲ ਜੁੜੇ ਆ, ਕਿਸੇ ਵੀ ਸਾਧੂ ਨਾਲ ਜੁੜੇ ਹੋਏ, ਦੇਖੋ ਹਰ ਇੱਕ ਵਿਅਕਤੀ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਕੰਮ ਕਰਦਾ ਹੈ। ਇਹਨਾਂ ਨੇ ਇਹ ਡੇਰਿਆਂ ਤੇ ਜਾਣ ਵਾਲੇ ਦਿਨ ਜਾਂ ਕੋਈ ਪਾਠ ਕਰਨਾ, ਕੀਰਤਨ ਕਰਨਾ, ਇਹਨਾਂ ਨੇ ਐਤਵਾਰ ਦਾ ਦਿਨ ਰੱਖਿਆ ਹੁੰਦਾ। ਤੁਸੀਂ ਨੋਟ ਕਰਿਓ ਕਿ ਹਰੇਕ ਡੇਰੇ ਦੇ ਵਿੱਚ ਸੰਡੇ ਦੇ ਦਿਨ ਜਿਹੜੇ ਨੇ ਭਾਰੀ ਲੋਕ ਜਿਹੜੇ ਜਾਂਦੇ ਨੇ। ਮੈਨੂੰ ਅੱਜ ਤੱਕ ਇੱਕ ਗੱਲ ਇਹ ਸਮਝ ਨਹੀਂ ਆਈ, ਜਦ ਪੂਰਾ ਹਫਤਾ ਅਸੀਂ ਕੰਮ ਕਰਦੇ ਆ, ਐਤਵਾਰ ਦਾ ਦਿਨ ਤਾਂ ਘਰੋਂ ਜਾਣ ਨੂੰ ਦਿਲ ਹੀ ਨਹੀਂ ਕਰਦਾ, ਤੇ ਘਰ ਦੇ ਹੋਰ ਬੜੇ ਕੰਮ ਹੁੰਦੇ ਨੇ ਜਿਹੜੇ ਸਾਡੇ ਪੈਂਡਿੰਗ ਪਏ ਹੁੰਦੇ ਨੇ, ਅਸੀਂ ਉਹ ਕਰਦੇ, ਇਹ ਲੋਕ ਉਹ ਵੀ ਕੰਮ ਛੱਡ ਜਾਂਦੇ ਨੇ। ਇਹਨੂੰ ਤਾਂ ਅੰਧ ਵਿਸ਼ਵਾਸ ਕਹਿੰਦੇ ਆ ਜੀ। ਉਹਨਾਂ ਨੂੰ ਹੁੰਦਾ ਵੀ ਐਤਵਾਰ ਜਿਹੜਾ ਉਹ ਸਵਰਗ ਪ੍ਰਾਪਤੀ ਵਾਸਤੇ ਰੱਖ ਲਓ, ਬਾਕੀ ਦਿਨ ਝੂਠ ਮਾਰਦੇ ਰਹੋ, ਤੇ ਇੱਕ ਦਿਨ ਜਾ ਕੇ ਜਿਹੜੇ ਨੇ ਆਪਣੇ ਜਿੰਨੇ ਝੂਠ ਅਸੀਂ ਪੂਰੇ ਹਫਤੇ ਚ ਮਾਰੇ ਉਹ ਸਾਫ਼ ਕਰ ਲਓ। ਅਸੀਂ ਗੁਰਦੁਆਰੇ 'ਚ ਕੀ ਕਰਦੇ ਹਾਂ? ਗੁਰਦੁਆਰਿਆਂ 'ਚੋਂ ਅਸੀਂ ਕੁਝ ਲੈ ਕੇ ਤਾਂ ਨਹੀਂ ਆਉਂਦੇ। ਜੇ ਸੋਚੀਏ ਵੀ ਉੱਥੋਂ ਅਸੀਂ ਗੁਰਦੁਆਰੇ 'ਚੋਂ ਨਿਕਲ ਕੇ ਬੰਦੇ ਬਣ ਜਾਂਦੇ ਹਾਂ, ਮੁਕੰਮਲ ਇਨਸਾਨ ਬਣ ਜਾਂਦੇ ਹਾਂ, ਬਾਹਰ ਨਿਕਲਦੇ ਉਹੀ ਸਾਰੇ ਕੁਝ ਹੁੰਦਾ, ਉਹੀ ਸਾਡੇ 'ਚ ਕ੍ਰੋਧ ਹੁੰਦਾ, ਉਹੀ ਸਾਡੇ ਜਾਤ ਪਾਤ ਦੇ ਕਿੱਲੇ ਹੁੰਦੇ ਆ, ਉਹੀ ਨਫ਼ਰਤਾਂ ਹੁੰਦੀਆਂ, ਉਹੀ ਸਾੜੇ ਹੁੰਦੇ ਨੇ, ਉਹੀ ਈਰਖਾਵਾਂ ਹੁੰਦੀਆਂ, ਸਾਰਾ ਕੁਝ ਹੁੰਦਾ। ਬਸ ਜਾਂਦੇ ਹਾਂ, ਉੱਥੇ ਜਾ ਕੇ ਬੈਠ ਜਾਂਦੇ। ਅੱਛਾ, ਫਿਰ ਇੱਕ ਹੋਰ ਹੁੰਦਾ, ਜਦੋਂ ਕੋਈ ਬੰਦਾ ਮਰ ਜਾਂਦਾ ਉਦੋਂ ਮਤਲਬ ਸਾਰਾ ਕੁਝ ਜਦੋਂ ਉੱਥੇ ਰੱਖੀ ਹੁੰਦੇ ਨਾ ਅਰਥੀ, ਤਾਂ ਸਾਰੇ ਦੇਖ ਲਓ ਭਾ ਸਾਹਿਬ, ਇਹ ਹੈ ਮਤਲਬ ਜ਼ਿੰਦਗੀ, ਸਾਰਿਆਂ ਨੇ ਤੁਰ ਜਾਣਾ। ਉੱਥੇ ਨਾ ਬੜੀਆਂ ਫਲਸਫੀਕਲ ਗੱਲਾਂ ਹੋਣਗੀਆਂ, ਪੰਜ ਭੂਤਕ ਸਰੀਰ ਹੈ, ਮਿੱਟੀ ਨੇ ਮਿੱਟੀ 'ਚ ਹੀ ਮਿਲ ਜਾਣਾ। ਪਰ ਦੇਖੋ ਮਤਲਬ ਬੰਦਾ ਫੇਰ ਵੀ ਨਹੀਂ ਸਮਝਦਾ, ਮਤਲਬ ਉਹ ਬੜੇ ਇਹੋ ਜਿਹੀਆਂ ਗੱਲਾਂ ਕਰਦੇ। ਉਹ ਜਿਹੜਾ ਲੈਸਨ ਹੁੰਦਾ ਨਾ ਸਰ, ਜਦੋਂ ਕਿਸੇ ਦੀ ਅਸੀਂ ਡੈਥ ਤੇ ਜਾਂਦੇ ਆ, ਉਹ ਵੀ 2 4 5 7 ਮਿੰਟ ਦਾ ਹੀ ਹੁੰਦਾ, ਬਾਹਰ ਆਉਂਦੇ ਸਰ ਫਿਰ ਅਸੀਂ ਭੁੱਲ ਜਾਂਦੇ। ਨਹੀਂ, ਉੱਥੇ ਹੀ ਭੁੱਲ ਜਾਂਦੇ, ਉੱਥੇ ਥੋੜੀ ਦੇਰ ਪਹਿਲਾਂ ਗੱਲਾਂ ਕਰਦੇ। ਦੇਖੋ ਜੀ, ਜਦੋਂ ਅਰਥੀ ਨੂੰ ਅੱਗ ਲੱਗ ਜਾਂਦੀ ਨਾ, ਬਸ ਆਹੀ ਹਸ਼ਰਾ ਹੈ, ਫਿਰ ਉਹ ਪੁੱਛਣਗੇ ਕੌਣ ਖੜਾ ਹੋਇਆ ਤੁਹਾਡੇ, ਮਤਲਬ ਇੱਥੋਂ ਗੱਲ ਸ਼ੁਰੂ ਹੋ ਜਾਂਦੀ। ਉਹ ਜੀ ਕਾਹਨੂੰ ਖੜਾ ਹੋਇਆ, ਅਸੀਂ ਤਾਂ ਚਾਹੁੰਦੇ ਨਹੀਂ ਸੀ ਇਹ ਖੜਾ ਹੋਵੇ, ਇਹ ਤਾਂ ਹਰਬੰਸ ਲਾਲ ਨੇ ਲਿਆ ਕੇ ਉੱਤੋਂ ਬੰਦਾ ਬਿਠਾਤਾ, ਮਤਲਬ ਉੱਥੇ ਫਿਰ ਸਿਆਸਤ ਦੀ ਗੱਲ ਸ਼ੁਰੂ ਹੋ ਜਾਂਦੀ ਹੈ ਨਾ। ਫਿਰ ਨਾ ਬਾਹਰ ਜਦੋਂ ਨਿਕਲਦੇ ਆ, ਉਦੋਂ ਪੂਰਾ ਹਾਸਾ ਠੱਠਾ ਹੋ ਰਿਹਾ ਹੁੰਦਾ। ਗੱਲ ਇਹ ਹੁੰਦੀ ਆ ਕਿ ਮਰਨ ਵਾਲਾ ਮਰ ਜਾਂਦਾ, ਜਿਹੜੇ ਉਹਦੇ ਕਰੀਬੀ ਹੁੰਦੇ ਨੇ, ਜਿਹੜੇ ਲਹੂ ਦੇ ਸੰਗੀ ਹੁੰਦੇ ਨੇ, ਸਿਰਫ ਅਫਸੋਸ ਉਹਨਾਂ ਨੂੰ ਹੁੰਦਾ, ਬਾਕੀ ਸਾਰੇ ਤਮਾਸ਼ਾਈ ਹੁੰਦੇ ਨੇ। ਸ਼ੇਖ ਸਾਦੀ ਨੇ ਇੱਕ ਬਹੁਤ ਵਧੀਆ ਗੱਲ ਕਹੀ ਸੀ ਕਿ ਜੇ ਸ਼ਹਿਰ ਦੇ ਚੁਰਸਤਿਆਂ ਤੇ ਕਬਰਿਸਤਾਨ ਬਣਾ ਦਿੱਤੇ ਜਾਣ, ਜਿੱਥੇ ਲੋਕ ਫੁੱਕਦੇ ਦੱਬੇ ਜਾਂਦੇ ਵੇਖਣ, ਤਾਂ ਹਰ ਬੰਦੇ ਦੀ ਅਕਲ ਟਿਕਾਣੇ ਆ ਜੇ। ਪਰ ਗੱਲ ਇਹ ਆ ਕਿ ਅਸੀਂ ਉਹਨਾਂ ਨੂੰ ਕਿਉਂ ਸ਼ਹਿਰ ਤੋਂ ਬਾਹਰ ਬਣਾਉਂਦੇ ਹਾਂ, ਕਿਉਂ ਪਿੰਡ ਤੋਂ ਬਾਹਰ ਬਣਾਉਂਦੇ ਹਾਂ, ਤਾਂ ਕਿ ਜ਼ਿੰਦਗੀ ਦੀ ਹਕੀਕਤ ਵੱਲ ਧਿਆਨ ਨਾ ਜਾਵੇ। ਐਸਕੇਪਿਜ਼ਮ ਕਹਿੰਦੇ ਆ ਕਿ ਅਸੀਂ ਮਤਲਬ ਉਹ ਦੇਖ ਨਾ ਸਕੀਏ। ਤੇ ਜੇ ਰੋਜ਼ ਤੁਸੀਂ ਦੇਖੋ ਬਾਜ਼ਾਰ ਜਾਓ ਤੇ ਮੁਰਦਾ ਬਲਦਾ ਹੋਵੇ, ਤੁਹਾਡੀ ਧੜ ਆਜੂ ਟਿਕਾਣੇ, ਤੁਸੀਂ ਸੋਚੋਗੇ ਯਾਰ ਇਹ ਕੰਮ ਨਹੀਂ ਕਰਨਾ ਆਪਾਂ। ਪਰ ਇਹ ਸਾਰਾ ਕੁਝ ਕਿਉਂ ਹੈ? ਇਹ ਸਾਰਾ ਕੁਝ ਇਸ ਕਰਕੇ ਕਿ ਜ਼ਿੰਦਗੀ ਦੀਆਂ ਹਕੀਕਤਾਂ ਤੋਂ ਸਾਨੂੰ ਦੂਰ ਕਰਨ ਵਾਸਤੇ ਇਹ ਸਾਰੇ ਜਿਹੜੇ ਕਾਰ ਵਿਹਾਰ ਨੇ, ਉਹ ਉਹਨਾਂ ਦਾ ਰੂਪ ਇਸ ਤਰ੍ਹਾਂ ਬਦਲਿਆ ਗਿਆ। ਔਰ ਅੰਧ ਵਿਸ਼ਵਾਸ ਇਹ ਹੈ ਕਿ ਮਤਲਬ ਕਹਿੰਦੇ ਨੇ ਵੀ ਅਸੀਂ ਅਕਲ ਦੇ ਅੰਨੇ ਆ ਪੂਰੇ, ਕਿ ਸਾਨੂੰ ਯਾਰ ਆਹ ਜ਼ਿੰਦਗੀ 'ਚ ਚੰਗੇ ਕੰਮ ਕਰਨ ਦਾ ਮੌਕਾ ਮਿਲਿਆ, ਇਹਦੇ 'ਚ ਸਾਨੂੰ ਇਹ ਮਹਿਸੂਸ ਅਸੀਂ ਕਰ ਸਕਦੇ ਹਾਂ ਕਿ ਆਹ ਠੀਕ ਹੈ ਜਾਂ ਗਲਤ ਹੈ। ਅਸੀਂ ਚੂਜ਼ ਕਰਨਾ ਗਲਤ ਜਾਂ ਠੀਕ, ਹੈ ਨਾ। ਉਹ ਡੇਰਿਆਂ ਦੇ ਵਿੱਚ ਸਾਨੂੰ ਕਹਿੰਦੇ ਆ ਵੀ ਤੁਸੀਂ ਇਹ ਗੱਲਾਂ ਨੂੰ ਛੱਡ ਦਿਓ, ਆਹ ਨਾਮ ਸ਼ਬਦ ਅਸੀਂ ਤੁਹਾਨੂੰ ਦਿੰਨੇ ਆ, ਬਸ ਤੁਸੀਂ ਤਰ ਜਾਓਗੇ, ਜੋ ਮਰਜ਼ੀ ਕਰੀ ਜਾਓ। ਸੋ ਇਹਦੇ ਨਾਲ ਹੀ ਨਾਲ ਚੰਗੇਰ ਪ੍ਰੋਗਰਾਮ ਦੇ ਵਿੱਚ ਅੱਜ ਗੱਲਾਂ ਫਿਲਹਾਲ ਇੰਨੀਆਂ ਹੀ। ਕੱਲ ਫੇਰ ਹਾਜ਼ਰ ਹੋਵਾਂਗੇ ਲਿਆ ਕੇ ਸਿਆਸਤ ਨਾਲ ਪੱਖ ਦੇ ਮੁੱਦੇ। ਤਦ ਤੱਕ ਦੇ ਲਈ ਕਰੋ ਇੰਤਜ਼ਾਰ ਤੇ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।